गुरु नानक पाद बंदन पाद सिमरो अंगद दुख गुर अमर दास हृदय श्री गुरु रामदास गुरु अर्जन बेघनन के हर गोबिंद श्री हर राय नाम कर जोरी नाम श्री हर कृष्ण मनाओ तेग बहादुर परम कृपाला जी परम कृपाला गुरु गोबिंद सिंह बेसाला तरो तरा पर पुन पुन सीसा जी पुन पुन सीसा बार बार जगदीसा ते कंकर सतगुरु ते प्रसाद सच होए। वाहिगुरु जी की फतेह है बेगन विनाशन सोए। वाहिगुरु जी की फतेह है बेगन विनाशन सोए। चौपाई एक दिवस कह बारी चढ़े वहर की मसलत तारी करो अखेर फिरो बन हीरो जहां कोल पाड़े मृग शेरो। वाहिगुरु जी का खालसा वाहिगुरु जी की फतेह। परम सत्कार ते सन्मानयोग गुरु का खास रूप गुरु खालसा साध संगत जीओ, सतगुरां दी मेहरामत सदका ਆਪਾਂ ਸਾਰੇ ਦੀਨ ਦੁਨੀਆ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ 'ਚ ਜੁੜ ਬੈਠੇ ਹਾਂ। ਆਪਣੇ ਪਾਵਨ ਪਵਿੱਤਰ ਦਰਸ਼ਨ ਦੀਦਾਰ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਹਨ। ਇਹ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਹਨ। ਨਿਤਾ ਪ੍ਰਤੀ ਗੁਰੂ ਚਰਨਾਂ 'ਚ ਜੁੜ ਕੇ ਸਾਹਿਬੇ ਕਮਾਲ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਇਤਿਹਾਸ ਦੀ ਲੜੀਵਾਰ ਕਥਾ ਬਹੁਤ ਹੀ ਅਦਬ ਸਤਿਕਾਰ ਤੇ ਸ਼ਰਧਾ ਸਹਿਤ ਆਪ ਜੀ ਸਰਵਣ ਕਰ ਰਹੇ ਹੋ। ਪੰਮਾ ਵਜ਼ੀਰ ਰਾਜੇ ਭੀਮਚੰਦ ਐਲਕਾਰ ਵਕੀਲ ਸ਼੍ਰੀ ਅਨੰਦਪੁਰ ਸਾਹਿਬ ਮਹਾਰਾਜ ਜੀ ਕੋਲ ਪੁੱਜਾ। ਮੂੰਹ ਦੀਆਂ ਮਿੱਠੀਆਂ ਬਾਤਾਂ ਕਰਕੇ ਸਿੰਘਾਂ ਨਾਲ ਪ੍ਰੇਮ ਬਣਾਉਂਦਾ ਹੈ ਔਰ ਅਨੰਦਪੁਰ ਸਾਹਿਬ ਦੀ ਕੱਲੀ ਕੱਲੀ ਗੱਲ ਕਿ ਫੌਜਾਂ ਕਿੰਨੀਆਂ ਨੇ, ਉਹਨਾਂ ਫੌਜਾਂ 'ਚੋਂ ਸਿੰਘਾਂ ਦੀਆਂ ਫੌਜਾਂ ਕਿੰਨੀਆਂ ਨੇ, ਹਿੰਦੂ ਕਿੰਨੇ ਸਿਪਾਹੀ ਨੇ ਭਰਤੀ, ਮੁਸਲਮਾਨ ਕਿੰਨੇ ਭਰਤੀ ਨੇ,
ਘੋੜੇ ਕਿਤਨੇ ਨੇ, ਖਜ਼ਾਨਾ ਕਿਤਨਾ ਤੇ ਕਿੱਥੇ ਰੱਖਿਆ, ਕਿਲਾਬੰਦੀ ਕਿੱਦਾਂ ਦੀ ਹੈ, ਸਿੰਘਾਂ ਵਿੱਚ ਲੜਨ ਦਾ ਉਤਸ਼ਾਹ ਕਿੰਨਾ ਕੁ ਹੈ। ਇਹ ਸਾਰੀਆਂ ਖਬਰਾਂ ਜਿਹੜੀਆਂ ਨੇ ਮੁਖਬਰੀ ਕਰਕੇ ਰਾਜੇ ਭੀਮ ਚੰਦ ਕੋਲ ਭੇਜਦਾ। ਜਾਣੀ ਜਾਣ ਸਤਿਗੁਰੂ ਜਾਣਦੇ ਸਨ ਕਿ ਖੋਟਾ ਕੰਮ ਕਰ ਰਿਹਾ, ਖੋਟੀ ਕਿਰਤ ਕਰ ਰਿਹਾ, ਪਰ ਪਾਤਸ਼ਾਹ ਖਾਲਸੇ ਨੂੰ ਟ੍ਰੇਨਿੰਗ ਦੇ ਰਹੇ ਨੇ, ਸਿਖਾ ਰਹੇ ਨੇ ਕਿ ਖਾਲਸਾ ਜੀ ਇਦਾਂ ਵੀ ਹੁੰਦਾ ਹੈ ਕਿ ਦੁਸ਼ਮਣ ਦੀਆਂ ਫੌਜਾਂ ਦੇ ਅਹਿਲਕਾਰ ਬਰੂਪੀਏ ਬਣ ਕੇ ਖਾਲਸੇ ਵਿੱਚ ਵਰਤਦੇ ਨੇ ਔਰ ਸਿੰਘਾਂ ਦੀਆਂ ਮੁਖਬਰੀਆਂ ਕਰਦੇ ਨੇ। ਉਹਨਾਂ ਨੂੰ ਪਹਿਚਾਣ ਲੈਣਾ ਚਾਹੀਦਾ। ਆਓ ਮਨ ਬਿਰਤੀਆਂ ਸਤਿਗੁਰਾਂ ਦੇ ਚਰਨਾਂ ਨਾਲ ਜੋੜ ਕੇ ਸਤਿਗੁਰਾਂ ਦੀ ਪਵਿੱਤਰ ਅੰਮ੍ਰਿਤ ਕਥਾ ਸਰਵਣ ਕਰੀਏ। ਹਾਜ਼ਰੀਆਂ ਲਵਾਓ ਗੁਰੂ ਚਰਨਾਂ ਚ, ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਇੱਕ ਦਿਵਸ ਕਹਿ ਬਹੁ ਬਾਰੀ। ਇੱਕ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਪੰਮੇ ਵਜ਼ੀਰ ਨੇ ਬੇਨਤੀ ਕੀਤੀ। ਇੱਕ ਵਾਰ ਨਹੀਂ, ਕਈ ਵਾਰ ਇਹਨੇ ਸਤਿਗੁਰਾਂ ਨੂੰ ਕਿਹਾ, ਚੜੇ ਵਹਿਰ ਕੀ ਮਸਲਤ ਤਾਰੀ। ਮਹਾਰਾਜ ਇੱਧਰ ਜਿੱਧਰ ਰਾਜੇ ਭੀਮ ਚੰਦ ਦੀ ਰਿਆਸਤ ਆ ਉਸ ਪਾਸੇ ਆਪ ਜੀ ਸ਼ਿਕਾਰ ਖੇਡਣ ਚੱਲੋ। ਤੋ ਸਲਾਹ ਹੋ ਗਈ ਮਸਲਤ ਧਾਰੀ ਕਿ ਸ਼ਿਕਾਰ ਖੇਡਣ ਵਾਸਤੇ ਸਤਿਗੁਰੂ ਜੀ ਚੱਲਣਗੇ। ਕਰੋ ਅਖੀਰ ਫਿਰੋ ਬਨ ਹੀਰੋ। ਮਹਾਰਾਜ ਜੀ ਰਾਜੇ ਭੀਮ ਚੰਦ ਦੀ ਜਿੱਧਰ ਰਾਜਧਾਨੀ ਹੈ ਬਿਲਾਸਪੁਰ, ਉਸ ਪਾਸੇ ਚੱਲ ਕੇ ਸ਼ਿਕਾਰ ਖੇਡੋ ਔਰ ਉਸ ਇਲਾਕੇ ਨੂੰ ਵਿਚਰ ਕੇ ਵੇਖੋ ਜਹਾਂ ਕੋਲ ਪਾੜੇ ਮ੍ਰਿਗ ਸ਼ੇਰੋ। ਮਹਾਰਾਜ ਜੀ ਸ਼ਿਕਾਰ ਬੜਾ ਉਸ ਪਾਸੇ, ਜੰਗਲੀ ਸੂਰ ਹਨ, ਪਾੜੇ ਬੜੇ ਨੇ, ਹਿਰਨ ਨੇ ਔਰ ਸ਼ੇਰ ਵੀ ਨੇ ਸ਼ਿਕਾਰ ਕਰਨ ਵਾਸਤੇ। ਸ਼੍ਰੀ ਕਲਗੀ ਤਰ ਕੀਨ ਚੜਾਈ। ਪੰਮੇ ਵਜ਼ੀਰ ਦੀ ਬੇਨਤੀ ਸੁਣ ਕੇ ਮਹਾਰਾਜ ਗਰੀਬ ਨਵਾਜ ਪਾਤਸ਼ਾਹ ਜੀ ਨੇ ਸਿੰਘਾਂ ਦਾ ਕੁਝ ਦਲ ਆਪਣੇ ਨਾਲ ਲਿਆ। ਸ਼ਿਕਾਰ ਖੇਡਣ ਵਾਸਤੇ ਸਤਿਗੁਰਾਂ ਨੇ ਚੜ੍ਹਾਈ ਕੀਤੀ। ਨਗਾਰੇ ਤੇ ਚੋਭਾਂ ਵੱਜੀਆਂ। ਸੰਗ ਖਾਲਸਾ ਪਟ ਸਮੁਦਾਈ। ਮਹਾਰਾਜ ਜੀ ਦੇ ਸੂਰਬੀਰ ਬਹਾਦਰ ਯੋਧੇ ਤਿਆਰ ਬਰ ਤਿਆਰ ਹੋ ਕੇ ਸਤਿਗੁਰਾਂ ਦੇ ਨਾਲ ਚੜ ਕੇ ਚੱਲੇ ਹਨ। ਬਨ ਮੈਂ ਵਿਚਰਤੇ ਤਿਉਤ ਹੀਰੇ। ਜੰਗਲ ਦੇ ਵਿੱਚ ਵਿਚਰਦੇ ਨੇ, ਇੱਧਰ ਉੱਧਰ ਵੇਖਦੇ ਨੇ ਚੰਗੀ ਤਰ੍ਹਾਂ ਭਲੀ ਪ੍ਰਕਾਰ ਨਾਲ। ਇਮਲੇ ਗਮਨਿਓ ਦੂਰ ਬਡੇਰੇ। ਸਤਿਗੁਰੂ ਜੀ ਨੂੰ ਨਾਲ ਲੈ ਕੇ ਪੰਮਾ ਵਜ਼ੀਰ ਕਾਫੀ ਦੂਰ ਤੱਕ, ਅੱਗੇ ਤੱਕ, ਕਿਉਂਕਿ ਭੇਤੀ ਸੀ ਇਲਾਕੇ ਦਾ, ਇਹਦੀ ਰਿਆਸਤ ਹੈ, ਤੋ ਦੂਰ ਤੱਕ ਸਤਿਗੁਰਾਂ ਨੂੰ ਆਪਣੇ ਨਾਲ ਲੈ ਕੇ ਚਲਾ ਗਿਆ। ਲਿਖ ਕਰ ਪਠਿਓ ਆਏ ਇਤ ਸਾਹਿਬ। ਉਧਰ ਰਾਜੇ ਭੀਮ ਚੰਦ ਨੂੰ ਵੀ ਲਿਖ ਕੇ ਭੇਜ ਦਿੱਤਾ ਕਿ ਹੇ ਰਾਜਾ, ਸਤਿਗੁਰੂ ਜੀ ਤੇਰੇ ਇਸ ਇਲਾਕੇ ਦੇ ਵਿੱਚ, ਤੇਰੀ ਰਾਜਧਾਨੀ ਦੇ ਨੇੜੇ ਸ਼ਿਕਾਰ ਖੇਡਣ ਆਏ ਹੋਏ ਨੇ। ਗਿਰਪਤ ਭੇਜੋ ਆਪਨ ਮੁਸਾਹਿਬ। ਹੇ ਰਾਜਾ ਭੀਮ ਚੰਦ, ਗੁਰੂ ਜੀ ਦਾ ਸਵਾਗਤ ਕਰਨ ਲਈ ਤੂੰ ਆਪਣਾ ਕੋਈ ਖਾਸ ਅਹਿਲਕਾਰ ਭੇਜ, ਕਿਉਂਕਿ ਉਤੋਂ ਮੀਆਂ ਮਿੱਠੂ ਬਣਨ ਵਾਸਤੇ ਨਾ ਵੀ ਗੁਰੂ ਜੀ ਮੈਂ ਤੁਹਾਨੂੰ ਨਾਲ ਲੈ ਕੇ ਆਇਆ, ਵੇਖੋ ਰਾਜੇ ਭੀਮ ਚੰਦ ਦੇ ਮਹਿਲਾਂ 'ਚ ਵੀ ਆਪਾਂ ਜਾਣਾ। ਤੋ ਮਿੱਤਰਤਾ ਬਾਹਰੋਂ ਪ੍ਰਗਟ ਕਰ ਰਿਹਾ, ਅੰਦਰੋਂ ਤਾਂ ਜ਼ਹਿਰ ਨਾਲ ਹੀ ਭਰੇ ਹੋਏ ਨੇ। ਭੀਮ ਚੰਦ ਨੂੰ ਇਹਨੇ ਚਿੱਠੀ ਭੇਜੀ ਛੇਤੀ ਨਾਲ ਕਿ ਹੇ ਰਾਜਾ, ਸਤਿਗੁਰੂ ਜੀ ਤੇਰੀ ਰਾਜਧਾਨੀ ਦੇ ਨੇੜੇ ਉਤਰੇ ਹੋਏ ਨੇ, ਸ਼ਿਕਾਰ ਖੇਡ ਰਹੇ ਨੇ। ਤੇਰਾ ਫਰਜ਼ ਬਣਦਾ ਹੈ ਕਿ ਤੂੰ ਆਪਣਾ ਕੋਈ ਮੁਸਾਹਿਬ ਜਾਂ ਕੋਈ ਆਪਣਾ ਅਫਸਰ ਉਹ ਗੁਰੂ ਜੀ ਕੋਲ ਅੱਗੇ ਭੇਜ ਕੇ ਉਹਨਾਂ ਦਾ ਅਦਬ ਕਰੇ, ਸਤਿਕਾਰ ਕਰੇ। ਭੀਮ ਚੰਦ ਪਟ ਬੀਨ ਬੀਨ ਕਰ। ਰਾਜੇ ਭੀਮ ਚੰਦ ਨੇ ਚੰਗੇ ਜਿਹੜੇ ਵਧੀਆ ਸੂਰਮੇ ਸਨ ਆਪਣੇ ਉਹ ਚੁਣੇ। ਉਤੇ ਸਮੀਪੀ ਪਟੇ ਸ਼ਿਗਰ ਤਰ। ਜਿਹੜੇ ਖਾਸ ਸਮੀਪੀ ਸੀ ਰਾਜੇ ਭੀਮ ਚੰਦ ਦੇ, ਉਹ ਇਹਨੇ ਬੜੀ ਛੇਤੀ ਨਾਲ ਭੇਜੇ। ਇਤ ਤੇ ਗੁਰ ਪਹੁੰਚੇ ਜਬ ਦੂਰ। ਇਧਰੋਂ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਨੰਦਪੁਰ ਸਾਹਿਬ ਤੋਂ ਚੱਲ ਕੇ
ਕਾਫੀ ਅੱਗੇ ਤੱਕ ਆ ਗਏ। ਆਨ ਮਿਲੇ ਤਤਕਾਲ ਹਜ਼ੂਰ। ਇਹਨੇ ਨੂੰ ਰਾਜੇ ਭੀਮ ਚੰਦ ਦੇ ਜਿਹੜੇ ਅਹਿਲਕਾਰ ਸਨ ਉਹ ਵੀ ਅੱਗੋਂ ਆ ਕੇ ਸਤਿਗੁਰਾਂ ਨੂੰ ਮਿਲੇ। ਨਮੋ ਠਾਨ ਸਨਮਾਨ ਕਰਨ ਤੇ। ਸਤਿਗੁਰੂ ਜੀ ਨੂੰ ਨਮਸਕਾਰ ਕਰਕੇ ਇਹਨਾਂ ਨੇ ਸਤਿਗੁਰਾਂ ਦਾ ਸਨਮਾਨ ਤੇ ਸਤਿਕਾਰ ਕੀਤਾ। ਕਰਨ ਅਖੇਰ ਸੁਥਲ ਦਿਖਰਨ ਤੇ। ਤੇ ਸ਼ਿਕਾਰ ਖੇਡਦੇ ਨੇ, ਨਾਲੇ ਮਹਾਰਾਜ ਜੀ ਨੂੰ ਸ਼ਿਕਾਰ ਖੇਡਣ ਵਾਲੀਆਂ ਜਿਹੜੀਆਂ ਸ਼ਿਕਾਰ ਗਾਹਾਂ ਨੇ ਉਚੇਚੇ ਤੌਰ ਤੇ ਉਹ ਮਹਾਰਾਜ ਜੀ ਨੂੰ ਵਿਖਾਉਂਦੇ ਨੇ। ਮਹਾਰਾਜ ਇਸ ਪਾਸੇ ਸ਼ਿਕਾਰ ਬੜਾ ਹੈ, ਇਸ ਪਾਸੇ ਕੌਲ ਬੜੇ ਨੇ, ਕੌਲ ਕਹਿੰਦੇ ਨੇ ਜੰਗਲੀ ਸੂਰਾਂ ਨੂੰ, ਪਾੜੇ ਬੜੇ ਨੇ ਮਹਾਰਾਜ, ਇੱਧਰ ਹਿਰਨ ਬੜੇ ਨੇ। ਤੋ ਇਸ ਤਰ੍ਹਾਂ ਸਤਿਗੁਰੂ ਜੀ ਨੂੰ ਸ਼ਿਕਾਰ ਗਾਹਾਂ ਵਿਖਾਉਂਦੇ ਹਨ। ਪਹੁੰਚੇ ਵੱਡ ਅਰਨ ਮੈਂ ਜਾਏ। ਸਤਿਗੁਰੂ ਜੀ ਬੜਾ ਦੂਰ ਤੱਕ ਜਿਹੜਾ ਅੱਗੇ ਸੰਘਣਾ ਜੰਗਲ ਸੀ ਉੱਥੇ ਤੱਕ ਪਹੁੰਚ ਗਏ। ਤੈਂ ਤੇ ਨਿਕਸ ਸ਼ੇਰ ਦੋਏ ਆਏ। ਅਚਾਨਕ ਉਸ ਸੰਘਣੇ ਜੰਗਲ ਵਿੱਚੋਂ ਦੋ ਭਿਆਨਕ ਸ਼ੇਰ ਜਿਹੜੇ ਨੇ, ਸ਼ੇਰਾਂ ਦਾ ਇੱਕ ਜੋੜਾ ਉਹ ਨਿਕਲ ਕੇ ਆਇਆ। ਰਾਜਪੂਤਨ ਕਰ ਜੋਰ ਉਚਾਰੇ। ਇਹਨਾਂ ਵਿੱਚੋਂ ਜਿਹੜੇ ਭੀਮ ਚੰਦ ਦੇ ਅਹਿਲਕਾਰ ਆਏ ਸਨ, ਦੋ ਰਾਜਪੂਤ ਬੜੇ ਸੂਰਮੇ ਸਨ, ਉਹ ਹੱਥ ਜੋੜ ਕੇ ਮਹਾਰਾਜ ਜੀ ਨੂੰ ਕਹਿਣ ਲੱਗੇ, ਖਰੇ ਆਪ ਪ੍ਰਭ ਕਰੋ ਨਿਹਾਰੇ। ਕਹਿਣ ਲੱਗੇ ਗੁਰੂ ਜੀ ਆਪ ਜੀ ਖਲੋ ਕੇ ਵੇਖੋ, ਇਹਨਾਂ ਸ਼ੇਰਾਂ ਦਾ ਸ਼ਿਕਾਰ ਅਸੀਂ ਦੋਵੇਂ ਕਰਾਂਗੇ। ਦੋ ਸ਼ੇਰ ਨੇ, ਅਸੀਂ ਦੋ ਜਣੇ ਆ ਤੇ ਦੋਵੇਂ ਇਹਨਾਂ ਦਾ ਸ਼ਿਕਾਰ ਕਰਾਂਗੇ। ਕਰਾ ਚੋਲ ਸੋ ਜੰਗ ਹਮਾਰਾ। ਮਹਾਰਾਜ ਤਲਵਾਰ ਨਾਲ ਲੜਾਂਗੇ ਨਾ, ਸ਼ੇਰਾਂ ਨਾਲ ਤਲਵਾਰ ਨਾਲ ਅਸੀਂ ਇਹਨਾਂ ਦਾ ਸ਼ਿਕਾਰ ਖੇਡਾਂਗੇ। ਇਨ ਤੇ ਮਰੇ ਕੇ ਲਹਿ ਮਾਰਾ। ਜਾਂ ਇਹਨਾਂ ਤੋਂ ਮਰ ਜਾਵਾਂਗੇ ਅਸੀਂ, ਜਾਂ ਫਿਰ ਇਹਨਾਂ ਨੂੰ ਮਾਰ ਦਿਆਂਗੇ। ਬਲ ਦਿਖਾਏ ਚੈ ਪ੍ਰਭੂ ਰਿਝਾਏ। ਇਹ ਆਪਣਾ ਬਲ ਵਿਖਾ ਕੇ ਜਾਣਦੇ ਸਨ ਕਿ ਸਤਿਗੁਰੂ ਜੀ ਸੂਰਮਿਆਂ ਦੀ ਕਦਰ ਕਰਦੇ ਨੇ। ਸ਼ੇਰ ਦਾ ਸ਼ਿਕਾਰ ਉਹ ਵੀ ਤਲਵਾਰ ਢਾਲ ਨਾਲ ਕਰਨਾ ਬਹਾਦਰੀ ਦਾ ਕੰਮ ਸੀ। ਬੰਦੂਕ ਤੀਰ ਨਾਲ ਤਾਂ ਜਿਹੜਾ ਮਰਜੀ ਦੂਰੋਂ ਮਾਰ ਲਵੇ। ਤੋ ਜਦੋਂ ਇਹਨਾਂ ਨੇ ਆਖਿਆ ਨਾ ਮਹਾਰਾਜ ਜੀ ਅਸੀਂ ਸ਼ਿਕਾਰ ਕਰਾਂਗੇ ਤੇ ਤਲਵਾਰ ਢਾਲ ਨਾਲ ਸ਼ਿਕਾਰ ਕਰਾਂਗੇ, ਇਹ ਇਸ ਕਰਕੇ ਕਹਿ ਰਹੇ ਨੇ ਕਿ ਸਤਿਗੁਰਾਂ ਦੀ ਪ੍ਰਸੰਨਤਾ ਲੈਣਾ ਚਾਹੁੰਦੇ ਨੇ, ਮਹਾਰਾਜ ਜੀ ਦੀ ਖੁਸ਼ੀ ਲੈਣਾ ਚਾਹੁੰਦੇ ਹਨ। ਦ્વੈ ਰਾਜਪੂਤ ਸਮੁਖ ਹੋਏ ਤਾਏ। ਇਹਨਾਂ ਰਾਜਿਆਂ ਵਿੱਚੋਂ ਦੋ ਰਾਜਪੂਤ ਛਤਰੀ ਜਿਹੜੇ ਸਨ ਉਹ ਤਲਵਾਰ ਢਾਲ ਲੈ ਕੇ ਅੱਗੇ ਵਧੇ। ਸ਼ੇਰਨ ਕੋ ਸੈ ਸਿਪਰ ਅਗਾਰੇ। ਦੋਹਾਂ ਸ਼ੇਰਾਂ ਨੇ ਦੋਹਾਂ ਤੇ ਹਮਲਾ ਕੀਤਾ, ਇੱਕ ਇੱਕ ਜਣੇ ਤੇ। ਇਹਨਾਂ ਨੇ ਆਪਣੀ ਢਾਲ ਦੇ ਉੱਤੇ ਸ਼ੇਰਾਂ ਦਾ ਜਿਹੜਾ ਹਮਲਾ ਸੀ ਰੋਕਿਆ। ਆਪਣੇ ਖੜਗ ਓਜ ਕਰ ਮਾਰੇ। ਔਰ ਬੜੇ ਬਲ ਨਾਲ ਜਿਹੜੀਆਂ ਤਲਵਾਰਾਂ ਸਨ ਇਹਨਾਂ ਦੇ ਹੱਥਾਂ ਵਿੱਚ, ਉਹਨਾਂ ਤਲਵਾਰਾਂ ਨਾਲ ਸ਼ੇਰ ਦੇ ਉੱਤੇ ਵਾਰ ਕੀਤਾ। ਘਾਤ ਕਰੇ ਗਿਰ ਭੂਮੀ ਪਰੇ। ਦੋਹਾਂ ਜਣਿਆਂ ਨੇ ਦੋਵੇਂ ਸ਼ੇਰ ਵੇਖਦਿਆਂ ਵੇਖਦਿਆਂ ਪਲਾਂ ਦੇ ਵਿੱਚ ਹੀ ਵੱਢ ਕੇ ਜ਼ਮੀਨ ਤੇ ਸੁੱਟ ਦਿੱਤੇ। ਪਿਖ ਗੁਰ ਔਰ ਪ੍ਰਸੰਨਤਾ ਟਰੇ। ਮਹਾਰਾਜ ਜੀ ਬੜੇ ਖੁਸ਼ ਹੋਏ। ਸਤਿਗੁਰੂ ਵੇਖਦੇ ਤੇ ਸੂਰਮਿਆਂ ਤੇ ਤਾਂ ਮਹਾਰਾਜ ਪ੍ਰਸੰਨ ਹੁੰਦੇ ਹੀ ਨੇ। ਇਹਨਾਂ ਦੀ ਇਹੋ ਜੀ ਸੂਰਮਤਾਈ ਵੇਖ ਕੇ ਮਹਾਰਾਜ ਜੀ ਬੜੀ ਖੁਸ਼ੀ ਕੀਤੀ ਇਹਨਾਂ ਤੇ, ਬੜੇ ਪ੍ਰਸੰਨ ਹੋਏ। ਬਖਸ਼ਿਓ ਸਿਰੇ ਪਾਓ ਅਰ ਤਨ ਕੋ। ਮਹਾਰਾਜ ਜੀ ਨੇ ਇਹਨਾਂ ਨੂੰ ਸਿਰੇ ਪਾਓ ਵੀ ਦਿੱਤੇ ਤੇ ਆਪਣੇ ਖਜ਼ਾਨਚੀ ਨੂੰ ਕਹਿ ਕੇ ਮਾਇਆ ਵੀ ਦਿੱਤੀ ਇਨਾਮ ਵਜੋਂ, ਵੀ ਇਹਨਾਂ ਨੂੰ ਇਨਾਮ ਵੀ ਦਿਓ। ਕਮਾਲ ਕਰ ਦਿੱਤੀ ਹੈ ਇਹਨਾਂ ਨੇ। ਤਲਵਾਰ ਢਾਲ ਦੇ ਨਾਲ ਸ਼ੇਰਾਂ ਦਾ ਮੁਕਾਬਲਾ ਕੀਤਾ। ਇਹ ਯੋਧੇ ਨੇ, ਵਾਕਈ ਸੂਰਮੇ ਹਨ। ਉਤਰੇ ਵੈਰ ਦੇਖ ਸ਼ੁਭ ਗਨ ਕੋ। ਤੇ ਉੱਥੇ ਸ਼ੁਭ ਥਾਂ ਵੇਖ ਕੇ ਉਤਾਰਾ ਕੀਤਾ। ਰਾਜਪੂਤ ਬੰਧਨ ਕਰ ਗਏ। ਤੇ ਉਹ ਜਿਹੜੇ ਰਾਜਪੂਤ ਰਾਜੇ ਭੀਮ ਚੰਦ ਦੇ ਅਹਿਲਕਾਰ ਸਨ ਮਹਾਰਾਜ ਜੀ ਨੂੰ ਨਮਸਕਾਰ ਕਰਕੇ ਚਲੇ ਗਏ। ਸ਼੍ਰੀ ਪ੍ਰਭ ਚੜ ਕਰ ਪੁਰ ਮੈਂ ਆਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸਵਾਰ ਹੋ ਕੇ ਨਗਰ ਵਿੱਚ ਆਏ। ਉਤਰ ਤੁਰੰਗ ਤੇ ਕੀਏ ਬਿਸਰਾਮੋ। ਘੋੜੇ ਤੋਂ ਉਤਰ ਕੇ ਗਰੀਬ ਨਵਾਜ ਪਾਤਸ਼ਾਹ ਜੀ ਨੇ ਵਿਸ਼ਰਾਮ ਕੀਤਾ। ਸੰਕਟ ਮਿਟੇ ਲੀਏ ਜਿਨ ਨਾਮੋ। ਐਸੇ ਸਤਿਗੁਰੂ ਜੀ ਜਿਨ੍ਹਾਂ ਦਾ ਨਾਂ ਲਿਆ ਸਾਰੇ ਸੰਕਟ ਦੂਰ ਹੋ ਜਾਂਦੇ ਨੇ। ਜਿਨ੍ਹਾਂ ਦਾ ਨਾਂ ਲਈਏ ਰਸਨਾ ਤੋਂ ਆਖੀਏ ਧੰਨ 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 ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਇਹ ਕਹਿੰਦੇ ਆ ਭਾਈ ਸੰਕਟ ਦੂਰ ਹੋ ਜਾਂਦੇ ਹਨ। ਐਸੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਆਪਣੇ ਨਗਰ ਵਿੱਚ ਉਤਾਰਾ ਕੀਤਾ ਹੈ। ਦੋਹਰਾ ਇਸ ਪ੍ਰਕਾਰ ਪਮਾਰੇ
ਕਪਟ ਰਖੇ ਚਿਤ ਮਾਏ। ਇਸ ਪ੍ਰਕਾਰ ਨਾਲ ਪੰਮਾ ਵਜ਼ੀਰ ਇਹ ਆਨੰਦਪੁਰ ਸਾਹਿਬ ਚ ਮਹਾਰਾਜ ਜੀ ਦੇ ਕੋਲ ਰਹਿੰਦਾ ਹੈ। ਮਨ ਵਿੱਚ ਡਾਢਾ ਕਪਟ ਤੇ ਛਲ ਉਹ ਆਪਣੇ ਹਿਰਦੇ ਵਿੱਚ ਰੱਖਦਾ ਤੇ ਮੂੰਹ ਤੋਂ ਮਿੱਠੀਆਂ ਮਿੱਠੀਆਂ ਬਾਤਾਂ ਕਰਦਾ ਹੈ। ਸਿੱਖ ਸਮ ਬਾਹਰ ਪ੍ਰੇਮ ਕੋ ਕਰੇ ਜਨਾਵਨ ਪਾਏ। ਸਿੱਖ ਦੇ ਸਮਾਨ ਬਾਹਰੋਂ ਤਾਂ ਆਪਣਾ ਪ੍ਰੇਮ ਵਿਖਾਉਂਦਾ ਕਿ ਮੈਂ ਤਾਂ ਬੜਾ ਪ੍ਰੇਮੀ ਆ ਗੁਰੂ ਸਾਹਿਬ ਦਾ, ਬਾਹਰੋਂ ਆਪਣਾ ਪ੍ਰੇਮ ਜ਼ਾਹਰ ਕਰਦਾ, ਆਪਣੀ ਪ੍ਰੀਤ ਪ੍ਰਗਟ ਕਰਦਾ ਹੈ, ਪਰ ਉਹ ਪ੍ਰੀਤ ਕੇਵਲ ਮੂੰਹ ਵਿੱਚ ਹੀ ਆ, ਅੰਦਰ ਵੇਖੀ ਭਰਿਆ ਹੋਇਆ ਹੈ। ਜੋ ਪਈ ਲਗੇ ਦੀਵਾਨ ਗੁਰੂ ਕੇ ਪਾਸ। ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਾਸ ਦੀਵਾਨ ਸਜਦਾ ਹੈ, ਖਾਲਸੇ ਪੰਥ ਦਾ ਦੀਵਾਨ ਸਜਦਾ ਹੈ। ਬੈਠੇ ਆਨ ਸਨੇਹ ਪ੍ਰਕਾਸ਼। ਗੁਰੂ ਕੇ ਸਿੰਘ ਆ ਕੇ ਮਹਾਰਾਜ ਜੀ ਦੇ ਦਰਬਾਰ ਵਿੱਚ ਬੈਠਦੇ ਨੇ, ਆਪਣਾ ਸਨੇਹ ਆਪਣਾ ਪ੍ਰੇਮ ਸਤਿਗੁਰੂ ਜੀ ਦੇ ਚਰਨਾਂ ਵਿੱਚ ਪ੍ਰਗਟ ਕਰਦੇ ਹਨ। ਅਨੇਕ ਪ੍ਰਸੰਗਨ ਬਾਤ ਚਲਾਵੇਂ। ਗੁਰਦੇਵ ਕੋਲ ਬੈਠਿਆਂ ਸਿੰਘਾਂ ਦੇ ਅਨੇਕ ਪ੍ਰਸੰਗਾਂ ਦੇ ਉੱਤੇ ਚਰਚਾ ਹੁੰਦੀ ਹੈ। ਬਹੁਤ ਸਾਰੀਆਂ ਵਿਚਾਰ ਚਰਚਾਵਾਂ ਸਤਿਗੁਰੂ ਜੀ ਦੇ ਨਾਲ ਬੈਠ ਕੇ ਹੁੰਦੀਆਂ ਹਨ। ਸ਼੍ਰੀ ਪ੍ਰਭ ਕੋ ਬੋ ਬਿਦ ਸਮਝਾਵੇਂ। ਔਰ ਸਿੰਘ ਸਤਿਗੁਰੂ ਜੀ ਨਾਲ ਬਚਨ ਕਰਦੇ ਨੇ, ਜਿਹੜੇ ਖਾਸ ਸੋਢੀ ਸਾਹਿਬਜ਼ਾਦੇ ਨੇ ਜਾਂ ਪੰਮੇ ਵਜ਼ੀਰ ਦੇ ਨਾਲ ਜਿਨ੍ਹਾਂ ਦਾ ਪ੍ਰੇਮ ਪੈ ਗਿਆ ਕੁਝ ਸਿੰਘਾਂ ਦਾ, ਉਹ ਸਤਿਗੁਰੂ ਜੀ ਦੇ ਨਾਲ ਗੱਲਬਾਤ ਕਰਕੇ ਏਦਾਂ ਕਹਿੰਦੇ ਹਨ, ਰਾਜਨ ਕੋ ਨਿਜ ਪਾਸ ਹਕਾਰੋ। ਮਹਾਰਾਜ ਇਹ ਜਿਹੜੇ ਰਾਜੇ ਨੇ ਪਹਾੜੀਏ, ਇਹਨਾਂ ਨੂੰ ਹੁਣ ਤੁਸੀਂ ਆਪਣੇ ਕੋਲ ਬੁਲਾਓ, ਕਰੋ ਮਿਲਾਵਨ ਬਾਤ ਉਚਾਰੋ। ਸਾਰੇ ਰਾਜਿਆਂ ਨੂੰ ਆਪਣੇ ਨਾਲ ਮਿਲਾ ਕੇ ਮਿਲਾਪ ਦੇ ਜਿਹੜੇ ਬਾਕ ਨੇ ਬਚਨ ਨੇ ਉਹ ਉਹਨਾਂ ਪ੍ਰਤੀ ਉਚਾਰਨ ਕਰੋ। ਕਿਵਾ ਆਪ ਅਖੀਰ ਸਿਧਾਰੋ। ਜਾਂ ਫਿਰ ਮਹਾਰਾਜ ਜੀ ਜਿਵੇਂ ਕਿਵੇਂ ਕਰਕੇ ਤੁਸੀਂ ਸ਼ਿਕਾਰ ਤੇ ਜਾਓ, ਰਾਜਿਆਂ ਦੀਆਂ ਰਿਆਸਤਾਂ ਵਿੱਚ ਵਿਚਰੋ ਤੇ ਰਾਜਿਆਂ ਨਾਲ ਮੇਲ ਮਿਲਾਪ ਕਰੋ, ਜਾਂ ਰਾਜਿਆਂ ਨੂੰ ਸੱਦ ਲਓ, ਜਾਂ ਫਿਰ ਆਪ ਸ਼ਿਕਾਰ ਤੇ ਕਿਸੇ ਤਰੀਕੇ ਜਾਓ ਤੇ ਜਾ ਕੇ ਰਾਜਿਆਂ ਨਾਲ ਮੇਲ ਕਰ ਲਵੋ। 4-5 ਦਿਨ ਵਹਿਰ ਗੁਜ਼ਾਰੋ। ਤੇ 4-5 ਦਿਨ ਮਹਾਰਾਜ ਜੀ ਬਾਹਰ ਉੱਥੇ ਹੀ ਸ਼ਿਕਾਰ ਖੇਡਦਿਆਂ ਗੁਜ਼ਾਰੋ। ਤਹਾਂ ਮੇਲ ਰਾਜਨ ਕੋ ਹੋਏ। ਜੇ ਆਪਾਂ ਆਨੰਦਪੁਰ ਸਾਹਿਬ ਨਹੀਂ ਸੱਦਣਾ ਰਾਜਿਆਂ ਨੂੰ ਤੇ ਆਨੰਦਪੁਰ ਸਾਹਿਬ ਤੋਂ ਬਾਹਰ ਕਿਤੇ ਸ਼ਿਕਾਰ ਖੇਡਣ ਚੱਲੀਏ, ਉੱਥੇ ਆਪ ਜੀ 5-4 ਦਿਨ ਡੇਰਾ ਕਰ ਲਵਾਂਗੇ ਕਿਤੇ ਬਾਹਰ ਖੁੱਲੇ ਥਾਂ ਤੇ ਉੱਥੇ ਹੀ ਬਾਕੀ ਜਿੰਨੇ ਪਹਾੜੀ ਰਾਜੇ ਨੇ ਸੱਦ ਲਵਾਂਗੇ। ਨਿਤ ਪ੍ਰਤ ਚਿਤ ਅਬਿਲਾਖੀ ਜੋਏ। ਕਿਉਂਕਿ ਉਹ ਰਾਜੇ ਵੀ ਨਿਤਾ ਪ੍ਰਤੀ ਅਬਲਾਖੀ ਨੇ, ਤੁਹਾਨੂੰ ਮਿਲਣਾ ਚਾਹੁੰਦੇ ਹਨ। ਬਿਨਾ ਮਿਲੇ ਤੇ ਮਿਟੇ ਨ ਅੰਤਰ। ਕਿਉਂਕਿ ਜਦੋਂ ਤੱਕ ਰਾਜਿਆਂ ਨਾਲ ਮਹਾਰਾਜ ਜੀ ਮੇਲ ਮਿਲਾਪ ਨਹੀਂ ਹੁੰਦਾ, ਉਦੋਂ ਤੱਕ ਆ ਜਿਹੜਾ ਅੰਤਰਾ ਹੈ, ਫਰਕ ਪਿਆ ਹੋਇਆ ਉਹਨਾਂ ਨਾਲ, ਇਹ ਫਰਕ ਨਹੀਂ ਦੂਰ ਹੋਣਾ। ਦ્વੈਸ਼ ਬਿਨਾਸੋ ਆਪ ਨਿਰੰਤਰ। ਮਹਾਰਾਜ ਜੀ ਆਪ ਜੀ ਕਿਰਪਾ ਕਰੋ, ਉਹਨਾਂ ਰਾਜਿਆਂ ਨੂੰ ਮਿਲਾ ਕੇ ਉਹਨਾਂ ਦੇ ਅੰਦਰ ਦੀ ਜਿਹੜੀ ਦ્વੈਸ਼ ਹੈ ਉਹਨੂੰ ਦੂਰ ਕਰਨ ਦਾ ਯਤਨ ਕਰੋ। ਮਿਲੋ ਅਖੀਰ ਚਲੋ ਇੱਕ ਸਾਥ। ਆਪ ਜੀ ਸ਼ਿਕਾਰ ਖੇਡਣ ਚੱਲੋ, ਉਹਨਾਂ ਰਾਜਿਆਂ ਨਾਲ ਰਲ ਕੇ ਸ਼ਿਕਾਰ ਖੇਡੋ, ਉਹਨਾਂ ਨਾਲ ਪ੍ਰੇਮ ਭਾਵ ਬਣ ਜਾਵੇ। ਸਬਨ ਕਾਮਨਾ ਪੁਰਵੋ ਨਾਥ। ਮਹਾਰਾਜ ਸਾਰਿਆਂ ਦੀ ਕਾਮਨਾ ਆਪ ਜੀ ਪੂਰਨ ਕਰੋ। ਤੁਮਰੇ ਪਦ ਅਰਬਿੰਦ ਸੁਪ੍ਰੇਮ। ਤੁਹਾਡੇ ਚਰਨ ਕਮਲਾਂ ਦਾ ਜਿਹੜਾ ਪ੍ਰੇਮ ਹੈ, ਸਭ ਗਿਰਪਤ ਤੁਮ ਤੇ ਚੈ ਛੇ। ਉਹ ਸਾਰੇ ਰਾਜਿਆਂ ਦੇ ਹਿਰਦਿਆਂ 'ਚ ਬਣ ਜਾਵੇ। ਕਿਉਂਕਿ ਇਹ ਰਾਜਿਆਂ ਦੀ ਹੁਣ ਪੰਮੇ ਵਜ਼ੀਰ ਦੀਆਂ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਪਹਾੜੀ ਰਾਜੇ ਤੁਹਾਡੇ ਚਰਨਾਂ 'ਚੋਂ ਆਪਣੀ ਕਲਿਆਣ ਚਾਹੁੰਦੇ ਹਨ, ਤੁਹਾਡੇ ਚਰਨਾਂ 'ਚੋਂ ਆਪਣੀ ਮੁਕਤੀ ਚਾਹੁੰਦੇ ਹਨ। ਇਤਨੇ ਮੈਂ ਰਵਾਲ ਸਰ ਮੇਲਾ। ਇਹ ਗੱਲਾਂ ਬਾਤਾਂ ਰੋਜ਼ ਹੀ ਹੁੰਦੀਆਂ। ਸਿੰਘ ਮਹਾਰਾਜ ਜੀ ਨੂੰ ਰੋਜ਼ ਹੀ ਆਖਦੇ ਨੇ ਕਿ ਮਹਾਰਾਜ ਜੀ ਨਾਲ ਰਾਜਿਆਂ ਨਾਲ ਮੇਲ ਕਰੀਏ, ਗੱਲਬਾਤ ਕਰੀਏ, ਰਾਜਿਆਂ ਨਾਲ ਰਲ ਕੇ ਸਲਾਹ ਕਰੀਏ, ਕੋਈ ਗੱਲਾਂ ਬਾਤਾਂ ਆਉਣ ਵਾਲੇ ਸਮੇਂ ਦੀਆਂ ਭਵਿੱਖ ਦੀਆਂ ਵਿਚਾਰੀਏ। ਮਹਾਰਾਜ ਜੀ ਨੂੰ ਪਤਾ ਸੀ ਵੀ ਰਾਜਿਆਂ ਨੇ ਕਿਹੜਾ ਮਿਲਣਾ, ਸਿੰਘ ਤਾਂ ਭੋਲੇ ਨੇ, ਪੰਮੇ ਵਜ਼ੀਰ ਦੀਆਂ ਗੱਲਾਂ 'ਚ ਆ ਗਏ ਨੇ ਕੁਝ ਸਿੰਘ, ਸਾਰੇ ਤਾਂ ਨਹੀਂ ਕੁਝ। ਤੇ ਸਿੰਘਾਂ ਨੇ ਬਾਰ-ਬਾਰ ਆਖਣਾ ਮਹਾਰਾਜ ਜੇ ਮਿਲਦੇ ਨੇ ਆਪਣੇ ਨਾਲ ਮਿਲਾ ਲੈਣੇ ਚਾਹੀਦੇ ਨੇ।
ਤੇ ਆਪਾਂ ਰਲ ਕੇ ਤੁਰਕਾਂ ਦੇ ਖਿਲਾਫ ਜੰਗ ਛੇੜੀਏ। ਤੋ ਸਤਿਗੁਰੂ ਜੀ ਨੇ ਸੁਣ ਲੈਣੇ ਬਚਨ, ਟਾਲ ਮਟੋਲਾ ਕਰ ਦੇਣਾ। ਇੰਨੇ ਨੂੰ ਰਵਾਲਸਰ ਸਾਹਿਬ ਦਾ ਮੇਲਾ ਆ ਗਿਆ। ਵਿਸਾਖੀ ਦਾ ਜਿਹੜਾ ਮੇਲਾ ਹੈ ਉਹ ਰਵਾਲਸਰ ਸਾਹਿਬ ਵਿਖੇ ਮਨਾਇਆ ਜਾਂਦਾ। ਗੁਰੂ ਘਰ ਦੇ ਵਿੱਚ ਵੀ ਆ। ਉੱਥੇ ਉਹਨਾਂ ਦਿਨਾਂ ਵਿੱਚ ਜਿਹੜਾ ਉੱਥੇ ਅਸਥਾਨ ਹੈ, ਧਰਮ ਤੀਰਥ ਹੈ, ਬੋਧੀਆਂ ਦਾ ਵੀ ਅਸਥਾਨ ਹੈ। ਤੋ ਉੱਥੇ ਉਹ ਮੇਲਾ ਵੀ ਉਹਨਾਂ ਦਿਨਾਂ ਵਿੱਚ ਹੀ ਹੁੰਦਾ ਹੈ। ਥੋੜੇ ਦਿਨਾਂ ਦਾ ਫਰਕ ਹੁੰਦਾ ਹੋਵੇਗਾ। ਆਪਣੇ ਪਟਿਆਲੇ ਤੋਂ ਬਹੁਤ ਸੰਗਤ ਜਾਂਦੀ ਹੈ। ਤੋ ਰਵਾਲਸਰ ਸਾਹਿਬ ਵਿਖੇ ਵਿਸਾਖੀ ਦਾ ਜਿਹੜਾ ਜੋੜ ਮੇਲਾ 2 ਸਾਲ ਹੋ ਗਏ, ਸਿੰਘ ਮੈਨੂੰ ਵੀ ਲੈ ਗਏ ਸੀ ਤੇ ਸੰਗਤ ਜਾ ਕੇ ਪਟਿਆਲੇ ਤੋਂ ਬਹੁਤ ਸੰਗਤਾਂ, ਉੱਥੇ ਇਲਾਕੇ ਦੀਆਂ ਵੀ ਸੰਗਤਾਂ ਪਹੁੰਚ ਕੇ ਵਿਸਾਖੀ ਦਾ ਜੋੜ ਮੇਲਾ ਰਵਾਲਸਰ ਸਾਹਿਬ ਮਨਾਉਂਦੀਆਂ ਨੇ। ਬੜਾ ਸੁੰਦਰ ਰਮਣੀਕ ਸਥਾਨ ਹੈ ਦਸ਼ਮੇਸ਼ ਪਾਤਸ਼ਾਹ ਦਾ। ਸੁੰਦਰ ਉੱਤੇ ਪਹਾੜੀ ਦੇ ਉੱਤੇ ਸੁਸ਼ੋਭਿਤ ਹੈ। ਰਿਹਾਇਸ਼ ਦਾ ਵੀ ਵਧੀਆ ਪ੍ਰਬੰਧ ਹੈ। ਸੰਗਤਾਂ ਜਾਂਦੀਆਂ ਨੇ ਯਾਤਰਾ ਤੇ ਉੱਥੇ ਜਾ ਕੇ ਮਹਾਰਾਜ ਜੀ ਦੇ ਸਥਾਨਾਂ ਦੀ ਸੇਵਾ ਸੰਭਾਲ ਕਰਨੀ ਚਾਹੀਦੀ ਹੈ। ਤੋ ਰਵਾਲਸਰ ਸਾਹਿਬ ਦਾ ਉਹਨਾਂ ਦਿਨਾਂ ਵਿੱਚ ਮੇਲਾ ਆ ਗਿਆ। ਉਹ ਪਹਾੜ ਜਿੰਨੇ ਵੀ ਪਹਾੜੀਏ ਨੇ ਉੱਥੇ ਉਹ ਮੇਲਾ ਮਨਾਉਂਦੇ ਆ। ਹਾਂਜੀ, ਆਵਤ ਪਾ ਨਰ ਪੁੰਜ ਸਕੇਲਾ। ਬਹੁਤ ਸਾਰੇ ਲੋਕ ਪਹਾੜਾਂ ਦੇ ਉੱਥੇ ਰਿਆਸਤਾਂ ਦੇ ਇਕੱਠੇ ਹੋ ਕੇ ਰਵਾਲਸਰ ਸਾਹਿਬ ਮੇਲਾ ਮਨਾਉਂਦੇ ਨੇ। ਤਬ ਪੰਮਾ ਲਖ ਅਵਸਰ ਭਲੋ। ਹੁਣ ਪੰਮੇ ਵਜ਼ੀਰ ਨੂੰ ਵੀ ਮੌਕਾ ਮਿਲ ਗਿਆ ਗੱਲ ਕਰਨ ਦਾ। ਕਹੇ ਗੁਰੂ ਜੀ ਮੇਲੇ ਚਲੋ। ਕਹਿਣ ਲੱਗਾ, ਗੁਰੂ ਜੀ ਚਲੋ ਤੁਹਾਨੂੰ ਸਾਡੇ ਪਹਾੜੀਆਂ ਦਾ ਮੇਲਾ ਵਿਖਾਈਏ। ਰਵਾਲਸਰ ਸਾਹਿਬ ਦਾ ਤੀਰਥ ਹੈ ਬੜਾ ਵੱਡਾ, 68 ਤੀਰਥਾਂ ਚੋਂ। ਬੋਧੀਆਂ ਦਾ ਵੀ ਬੜਾ ਪਵਿੱਤਰ ਸਥਾਨ ਹੈ ਉੱਥੇ। ਤੇ ਮਹਾਰਾਜ ਜੀ ਆਪ ਜੀ ਚੱਲੋ, ਚੱਲ ਕੇ ਉਹ ਰਵਾਲਸਰ ਸਾਹਿਬ ਦਾ ਜਿਹੜਾ ਮੇਲਾ ਹੈ ਉਹ ਵੇਖੋ। ਤੁਮਰੋ ਜਬ ਸੁਨ ਹੈ ਆਗਵਨੋ। ਜਦੋਂ ਬਾਕੀ ਰਾਜਿਆਂ ਨੂੰ ਪਤਾ ਲੱਗੇਗਾ ਕਿ ਤੁਸੀਂ ਰਵਾਲਸਰ ਸਾਹਿਬ ਆਇਓ ਮੇਲਾ ਵੇਖਣ ਲਈ, ਸਗਲ ਸੈਲ ਪਤ ਤਿਆਗੇ ਭਵਨੋ। ਮਹਾਰਾਜ ਜਿੰਨੇ ਪਹਾੜੀ ਰਾਜੇ ਨੇ ਉਹ ਵੀ ਉੱਥੇ ਪਹੁੰਚ ਜਾਣਗੇ। ਸਾਰੇ ਬਹਾਨੇ ਨਾਲ ਉੱਥੇ ਹੀ ਮੁਲਾਕਾਤ ਹੋ ਜਾਏਗੀ। ਸਿੰਘ ਵੀ ਕਹਿੰਦੇ ਆ ਰੋਜ਼ ਵੀ ਸਾਰੇ ਰਾਜਿਆਂ ਦੇ ਨਾਲ ਆਪ ਜੀ ਦੀ ਮੀਟਿੰਗ ਹੋਵੇ, ਤੇ ਸਬੱਬ ਨਹੀਂ ਸੀ ਬਣ ਰਿਹਾ। ਤੇ ਮਹਾਰਾਜ ਹੁਣ ਮੇਲੇ ਦਾ ਸਬੱਬ ਬਣ ਗਿਆ। ਰਵਾਲਸਰ ਸਾਹਿਬ ਮੇਲਾ ਲੱਗਣਾ, ਤੁਸੀਂ ਚੱਲੋ। ਰਾਜੇ ਵੀ ਜਿੰਨੇ ਨੇ ਤੁਹਾਡਾ ਆਗਮਨ ਸੁਣ ਕੇ ਉੱਥੇ ਪਹੁੰਚ ਜਾਣਗੇ। ਮਿਸ ਮੇਲੇ ਕੇ ਸਭ ਚੱਲ ਆਵੇ। ਮੇਲੇ ਦੇ ਬਹਾਨੇ ਸਾਰੇ ਪਹਾੜੀ ਰਾਜੇ ਰਵਾਲਸਰ ਸਾਹਿਬ ਪਹੁੰਚ ਜਾਣਗੇ। ਰਾਵਰ ਪਦ ਸਰੋਜ ਲਪਟਾਵੇ। ਆ ਕੇ ਤੁਹਾਡੇ ਪਵਿੱਤਰ ਚਰਨਾਂ ਕਮਲਾਂ ਨੂੰ ਪ੍ਰਣਾਮ ਕਰਨਗੇ, ਨਮਸਕਾਰਾਂ ਕਰਨਗੇ। ਸਿੱਖੀ ਧਰੇ ਆਪ ਕੀ ਸਾਰੇ। ਉਹ ਰਾਜੇ ਆ ਕੇ ਤੁਹਾਡੇ ਚਰਨਾਂ ਦੀ ਸਿੱਖੀ ਵੀ ਧਾਰਨ ਕਰਨਗੇ, ਜਿੱਥੋਂ ਤੱਕ ਮੈਨੂੰ ਉਮੀਦ ਹੈ। ਪੰਮਾ ਵਜ਼ੀਰ ਕਹਿੰਦਾ ਕਿ ਰਾਜੇ ਉਹ ਉੱਥੇ ਆ ਕੇ ਨਾ ਰਵਾਲਸਰ ਸਾਹਿਬ ਤੁਹਾਡੇ ਚਰਨਾਂ ਦੀ ਸਿੱਖੀ ਵੀ ਧਾਰਨ ਕਰਨਗੇ। ਨਿਜ ਗੁਰ ਕਰੇ ਭਾਵਨਾ ਤਾਰੇ। ਤੁਹਾਨੂੰ ਆਪਣਾ ਗੁਰੂ ਧਾਰਨ ਕਰਨਗੇ ਭਾਵਨਾ ਦੇ ਨਾਲ। ਮਨ ਕੀ ਅਕੂਰਨ ਕੋ ਅਰ ਪਾਵੇ। ਔਰ ਆਪ ਜੀ ਦੇ ਚਰਨਾਂ ਵਿੱਚ ਅਨੇਕਾਂ ਪ੍ਰਕਾਰ ਦੀਆਂ ਭੇਟਾਵਾਂ ਜਿਹੜੀਆਂ ਨੇ ਉਹ ਅਰਪਣ ਕਰਨਗੇ। ਰਾਵਰ ਕੀ ਕੀਰਤ ਬਿਰਧਾਵੇ। ਔਰ ਸਤਿਗੁਰੂ ਜੀ ਤੁਹਾਡੀ ਕੀਰਤੀ ਵਧਾਣਗੇ, ਤੁਹਾਡੀ ਉਪਮਾ ਵਧਾਉਣਗੇ। ਮਸਲਤ ਸੁਨ ਸਿੰਘ ਆਨੰਦੇ। ਲਾਗੇ ਸਿੰਘ ਬੈਠੇ ਜਿਹੜੇ ਅੱਗੇ ਚਾਹੁੰਦੇ ਸੀ ਕੁਝ ਕੁ ਸਿੰਘ ਕਿ ਗੁਰੂ ਸਾਹਿਬ ਰਾਜਿਆਂ ਨਾਲ ਮੀਟਿੰਗ ਕਰਨ, ਗੱਲਬਾਤਾਂ ਕਰਨ, ਉਹ ਕੀ ਚਾਹੁੰਦੇ ਨੇ, ਉਹਨਾਂ ਦਾ ਕੀ ਵਿਚਾਰ ਹੈ। ਉਹ ਜਿਹੜੇ ਸਿੰਘ ਬੈਠੇ ਸਨ ਉਸ ਵੇਲੇ ਜਦੋਂ ਪੰਮੇ ਵਜ਼ੀਰ ਨੇ ਬੇਨਤੀ ਕੀਤੀ ਤੇ ਉਹਨਾਂ ਨੇ ਸੁਣੀ ਨਾਲ ਬੈਠਿਆਂ ਨੇ। ਕਹੇ ਪ੍ਰਭੂ ਤੈ ਨਰ ਹੋਏ ਬ੍ਰਿੰਦੇ। ਕਹਿਣ ਲੱਗੇ ਸਤਿਗੁਰੂ ਜੀ ਇਹ ਤਾਂ ਬੜਾ ਵਧੀਆ ਸਬੱਬ ਬਣ ਗਿਆ। ਉੱਥੇ ਤਾਂ ਬੜਾ ਵੱਡਾ ਮੇਲਾ ਹੋਵੇਗਾ, ਬਹੁਤ ਸਾਰੇ ਲੋਕ ਇਕੱਠੇ ਹੋਣਗੇ। ਤੀਰਥ ਕੀ ਮਹਿਮਾ ਕਹਿ ਪਾਰੀ। ਅਸੀਂ ਸੁਣਿਆ ਵੀ ਬੜਾ ਵੱਡਾ ਤੀਰਥ ਹੈ। ਇਹ ਜਿੰਨੇ ਪਹਾੜੀਏ ਨੇ ਮਹਾਰਾਜ ਉਹ ਰਵਾਲਸਰ ਤੀਰਥ ਦੀ ਉਪਮਾ ਕਰਦੇ ਨੇ। ਹਿੰਦੂ ਵੀਰਾਂ ਦਾ ਇਹ ਤੀਰਥ ਹੈ, ਬੜਾ ਵੱਡਾ ਪ੍ਰਸਿੱਧ ਵੱਡਾ ਤੀਰਥ ਹੈ। ਔਰ ਉਸ ਤੀਰਥ ਦੀ ਬੜੀ ਵੱਡੀ ਮਹਿਮਾ ਜਿਹੜੀ ਹੈ ਉਹ ਇਹਨਾਂ ਲੋਕਾਂ ਵੱਲੋਂ ਕਹੀ ਜਾਂਦੀ ਹੈ। ਗਿਰਵਰ ਤਰਤੇ ਬਾਰ ਮਝਾਰੀ। ਤੇ ਮਹਾਰਾਜ ਜੀ ਪਤਾ ਲੱਗਾ ਵੀ ਉੱਥੇ ਪੱਥਰ ਵੀ ਪਾਣੀ 'ਚ ਤਰਦੇ ਆ। ਕੋਈ ਏਦਾਂ ਦੀ, ਵੈਸੇ ਹੁਣ ਤਾਂ ਨਹੀਂ ਕੁਝ ਵੇਖਣ ਨੂੰ ਐਸਾ ਮਿਲਦਾ, ਪਰ ਕਹਾਵਤ ਹੈ
ਵੀ ਉੱਥੇ ਪਾਣੀ ਦੇ ਵਿੱਚ ਪੱਥਰ ਵੀ ਜਿਹੜੇ ਨੇ ਉਹ ਕਿਤੇ ਤਰਦੇ ਹਨ। ਅਚਰਜ ਹੀਰਨ ਕੋ ਚਹਿ ਸਾਰੇ। ਇਹ ਬੜਾ ਆਸ਼ਚਰਜ ਹੈ ਉੱਥੇ, ਇਹ ਬੜੀ ਹੈਰਾਨੀ ਦੀ ਬਾਤ ਹੈ। ਲੋਕ ਦੂਰੋਂ ਦੂਰੋਂ ਉੱਥੇ ਪਾਣੀ ਵਿੱਚ ਪੱਥਰ ਤਰਦੇ ਵੇਖਣ ਆਉਂਦੇ ਹਨ। ਤਰਵਰ ਦਲ ਸਮ ਗਿਰਵਰ ਤਾਰੇ। ਮਹਾਰਾਜ ਉੱਥੇ ਜਿਹੜੇ ਦਰਖਤ ਨੇ ਉਹ ਬੜੇ ਬੜੇ ਉੱਚੇ ਨੇ, ਤੇ ਜਿਵੇਂ ਕਿਸੇ ਪੱਤੇ ਦਰਖਤ ਦੇ ਪੱਤੇ ਤਰਦੇ ਹੁੰਦੇ ਨੇ ਨਾ ਪਾਣੀ 'ਚ, ਏਦਾਂ ਉਹ ਪੱਥਰ ਜਿਹੜੇ ਨੇ ਸੁਣਿਆ ਉੱਥੇ ਪਾਣੀ 'ਚ ਤਰਦੇ ਹਨ। ਸ਼੍ਰੀ ਗੁਜਰੀ ਸੁਨ ਕਰ ਚੱਲ ਆਈ। ਇਹਨੇ ਨੂੰ ਸਤਿਕਾਰਯੋਗ ਮਾਤਾ ਗੁਜਰੀ ਜੀ ਉਹ ਵੀ ਚੱਲ ਕੇ ਆ ਗਏ। ਚਲੋ ਪੁੱਤਰ ਸੋ ਦਿਓ ਦਿਖਾਈ। ਤੋ ਮਾਤਾ ਜੀ ਨੇ ਵੀ ਸਿੰਘਾਂ ਦੀ ਬਚਨ 'ਚ ਹਾਮੀ ਭਰ ਦਿੱਤੀ। ਗੱਲ ਚੱਲ ਰਹੀ ਸੀ ਰਵਾਲਸਰ ਸਾਹਿਬ ਜਾਣ ਦੀ, ਮਹਾਰਾਜ ਮੇਲਾ, ਨਾਲੇ ਮੇਲਾ ਵੇਖਾਵਾਂਗੇ, ਨਾਲੇ ਸੁਣਿਆ ਤੀਰਥ ਹੈ ਬੜਾ ਵੱਡਾ, ਉੱਥੇ ਪਾਣੀ 'ਚ ਪੱਥਰ ਤਰਦੇ ਨੇ, ਦੁਨੀਆ ਵੇਖਣ ਜਾਂਦੀ, ਆਪਾਂ ਵੀ ਵੇਖ ਆਉਨੇ ਆ, ਨਾਲੇ ਸਬੱਬੀ ਉੱਥੇ ਰਾਜਿਆਂ ਨਾਲ ਵੀ ਮੀਟਿੰਗ ਹੋ ਜਾਏਗੀ। ਇਹਨੇ ਨੂੰ ਮਾਤਾ ਗੁਜਰੀ ਜੀ ਆ ਗਏ। ਮਾਤਾ ਜੀ ਕਹਿੰਦੇ ਹਾਂ ਲਾਲ ਜੀ, ਇਹੋ ਜੀ ਥਾਂ ਤਾਂ ਫਿਰ ਵੇਖਣੀ ਚਾਹੀਦੀ ਹੈ, ਜਾ ਕੇ ਤੇ ਜਾਣਾ ਚਾਹੀਦਾ ਜੇ ਸਾਰੇ ਸਿੰਘ ਕਹਿ ਰਹੇ ਨੇ। ਸੁਨਤ ਰਹੇ ਕਬ ਕੇ ਬਿਸਮਾਏ। ਤੇ ਅਸੀਂ ਸਾਰੇ ਸੁਣਦੇ ਰਹੇ। ਮਾਤਾ ਜੀ ਵੀ ਕਹਿੰਦੇ ਵੀ ਮੈਂ ਵੀ ਸੁਣਿਆ ਬਹੁਤ, ਵੀ ਉੱਥੇ ਜਿਹੜੇ ਪੱਥਰ ਨੇ ਉਹ ਪਾਣੀ 'ਚ ਤਰਦੇ ਹਨ। ਅਰ ਤੀਰਥ ਮਹਿਮਾ ਅਧਿਕਾਏ। ਫਿਰ ਇਹ ਜਿਹੜੇ ਹਿੰਦੂ ਵੀਰ ਨੇ ਉਸ ਤੀਰਥ ਦੀ ਬੜੀ ਵੱਡੀ ਮਹਿਮਾ ਦੱਸਦੇ ਨੇ। ਬ੍ਰਿਧ ਬੈ ਮੇਰੀ ਬੌਰ ਨ ਆਸਾ। ਲਾਲ ਜੀ ਮੇਰੀ ਉਮਰ ਹੁਣ ਕਾਫੀ ਬਿਰਧ ਹੋ ਚੁੱਕੀ ਹੈ। ਕਰੇ ਇਸ਼ਨਾਨ ਦਾਨ ਤਟ ਤਾਸਾ। ਤੇ ਚਲੋ ਚੱਲ ਕੇ ਮੈਂ ਵੀ ਚਲੀ ਚੱਲਾਂਗੀ ਨਾਲ ਤੁਹਾਡੇ, ਤੇ ਜਾ ਕੇ ਉਹ ਤੀਰਥ ਦੀ ਯਾਤਰਾ ਹੋ ਜਾਏਗੀ, ਨਾਲੇ ਉੱਥੋਂ ਦਾ ਜਿਹੜਾ ਮਾਹੌਲ ਦੱਸਿਆ ਜਾਂਦਾ ਲੋਕਾਂ ਵੱਲੋਂ ਉਹ ਵੀ ਵੇਖ ਲਵਾਂਗੇ। ਪੁਨ ਉੱਠ ਜਦ ਮੰਦਰ ਮੈਂ ਗਏ। ਮਾਤਾ ਜੀ ਨੇ ਵੀ ਹਾਮੀ ਭਰ ਦਿੱਤੀ, ਸਿੰਘਾਂ ਨੇ ਖੁਸ਼ੀ ਮਨਾਈ ਵੀ ਚਲੋ ਮਾਤਾ ਜੀ ਨੇ ਵੀ ਕਹਿ ਦਿੱਤਾ ਹੁਣ ਤਾਂ ਪੱਕਾ ਹੋ ਗਿਆ, ਹੁਣ ਤਾਂ ਸਤਿਗੁਰੂ ਜੀ ਜਾਣਗੇ ਰਵਾਲਸਰ ਸਾਹਿਬ। ਸਤਿਗੁਰੂ ਜੀ ਉੱਠ ਕੇ ਮਹਿਲਾਂ ਵਿੱਚ ਆਏ। ਤਹਿ ਜੀਤੋ ਸੁੰਦਰੀ ਸੁਨ ਲਏ। ਅੱਗੇ ਮਾਤਾ ਜੀਤੋ ਤੇ ਮਾਤਾ ਸੁੰਦਰੀ ਜੀ ਹੋਣੀ, ਉਹਨਾਂ ਨੇ ਵੀ ਬੇਨਤੀ ਕਰ ਦਿੱਤੀ। ਉੱਥੇ ਸਤਿਗੁਰੂ ਜੀ ਨਹੀਂ ਬੋਲੇ ਕੁਝ, ਸੁਣ ਕੇ ਮਹਾਰਾਜ ਜੀ ਆ ਗਏ। ਜਦੋਂ ਮਹਿਲਾਂ ਵਿੱਚ ਆਏ ਤੇ ਅੱਗੋਂ ਮਾਤਾ ਜੀਤੋ ਜੀ ਔਰ ਮਾਤਾ ਸੁੰਦਰੀ ਜੀ ਹੱਥ ਜੋੜ ਤਿੰਨ ਪੀ ਤਬ ਕਏ। ਉਹਨਾਂ ਵੀ ਹੱਥ ਜੋੜ ਕੇ ਬੇਨਤੀ ਕੀਤੀ ਤੇ ਆਖਿਆ, ਪ੍ਰਭ ਜੀ ਤੀਰਥ ਹਮ ਨੇ ਲਿਓ। ਕਹਿਣ ਲੱਗੇ ਪ੍ਰਭੂ ਜੀ ਸੁਣਿਆ ਹੈ ਵੀ ਬੜਾ ਵੱਡਾ ਤੀਰਥ ਹੈ ਰਵਾਲਸਰ ਸਾਹਿਬ, ਅਸੀਂ ਕਦੇ ਨਹੀਂ ਵੇਖਿਆ, ਕਿਰਪਾ ਕਰੋ ਇੱਕ ਬਾਰ ਦਿਖਾਓ। ਕਿਰਪਾ ਕਰੋ ਮਹਾਰਾਜ ਜੀ ਸਾਨੂੰ ਵੀ ਵਿਖਾ ਦਿਓ। ਸਬੱਬ ਬਣ ਰਿਹਾ ਤੁਸੀਂ ਜਾਣ ਦੀ ਤਿਆਰੀ 'ਚ ਹੋ, ਤੇ ਮਹਾਰਾਜ ਜੀ ਸਾਨੂੰ ਵੀ ਨਾਲ ਲੈ ਚੱਲੋ। ਜਹ ਗਿਰ ਤਰੇ ਇਸ਼ਨਾਨ ਕਰਾਵੋ। ਤੇ ਮਹਾਰਾਜ ਜੀ ਉੱਥੇ ਜਿੱਥੇ ਉਹ ਵੱਡੇ ਪਹਾੜ ਤਰਦੇ ਨੇ ਉਹ ਚੱਲ ਕੇ ਸਾਨੂੰ ਵਿਖਾਓ। ਬੌਰ ਅਜੀਤ ਸਿੰਘ ਜੀ ਭਾਖਾ। ਫਿਰ ਬਾਬਾ ਅਜੀਤ ਸਿੰਘ ਜੀ ਸਾਹਿਬਜ਼ਾਦੇ ਉਹ ਕੋਲ ਬੈਠੇ, ਉਹਨਾਂ ਵੀ ਆਖਿਆ ਪਿਤਾ ਜੀ ਹਾਂ ਮਹਾਰਾਜ ਜੀ। ਪਿਤਾ ਜੀ ਜਿਵੇਂ ਪਰਿਵਾਰਕ ਸਲਾਹ ਹੁੰਦੀ ਹੈ ਨਾ, ਇੱਕ ਕਹਿੰਦਾ ਦੂਜਾ ਵੀ ਹਾਮੀ ਭਰਦਾ, ਮਹਾਰਾਜ ਜੀ ਚੱਲੀਏ ਚੱਲੀਏ ਵੇਖੀਏ ਚੱਲ ਕੇ। ਬਾਬਾ ਅਜੀਤ ਸਿੰਘ ਜੀ ਨੇ ਵੀ ਕੋਲੋਂ ਬੇਨਤੀ ਕੀਤੀ, ਹਮਰੇ ਚਿਤ ਮੈਂ ਪੀ ਅਬਿਲਾਖਾ। ਮਹਾਰਾਜ ਮੇਰੇ ਮਨ 'ਚ ਵੀ ਅਬਿਲਾਖਾ ਹੈ ਵੀ ਜਦੋਂ ਰਵਾਲਸਰ ਦਾ ਮੇਲਾ ਹੁੰਦਾ ਬੜੇ ਲੋਕ ਜਾਂਦੇ ਆ ਉੱਥੇ, ਕਹਿੰਦੇ ਬੜਾ ਵੱਡਾ ਤੀਰਥ ਹੈ ਮਹਾਰਾਜ, ਤੇ ਆਪਾਂ ਨੂੰ ਵੀ ਚੱਲ ਕੇ ਵੇਖਣਾ ਚਾਹੀਦਾ। ਨਾਲੇ ਬੇਨਤੀਆਂ ਕਰ ਰਹੇ ਨੇ, ਨਾਲੇ ਬਹਾਨੇ ਨਾਲ ਉੱਥੇ ਰਾਜਿਆਂ ਨਾਲ ਮੀਟਿੰਗ ਹੋ ਜਾਏਗੀ। ਰਾਜਿਆਂ ਦਾ ਕੀ ਮਤ ਹੈ, ਉਹਨਾਂ ਦੇ ਅੰਦਰ ਦੀਆਂ ਕੀ ਵਿਚਾਰਾਂ ਨੇ ਆਪਣੇ ਪ੍ਰਤੀ, ਉਹ ਵੀ ਮਹਾਰਾਜ ਜੀ ਪਤਾ ਲੱਗ ਜਾਣਗੀਆਂ। ਛਲ ਪੰਮੇ ਕੋ ਸਭ ਗੁਰ ਜਾਣੈ। ਸਤਿਗੁਰੂ ਜੀ ਪੰਮੇ ਦਾ ਛਲ ਕਪਟ ਸਮਝਦੇ ਸਨ ਸਾਰਾ। ਜਿਮ ਰਾਜਨ ਸੰਗ ਮੇਲ ਬਖਾਨੇ। ਇਹ ਜਿਹੜਾ ਰਾਜਿਆਂ ਨਾਲ ਸਤਿਗੁਰਾਂ ਦਾ ਮੇਲ ਦੱਸਦਾ ਤੇ ਜਾਂ ਮੇਲ ਕਰਾਉਣਾ ਚਾਹੁੰਦਾ ਤੋ ਸਰਬ ਚਾਹਤ ਪਰਵਾਰਾ। ਮਹਾਰਾਜ ਜੀ ਜਾਣਦੇ ਸਨ ਵੀ ਮੇਲ ਮੂਲ ਤਾਂ ਹੋਣਾ ਨਹੀਂ ਉੱਥੇ, ਵੀ ਰਾਜਿਆਂ ਨੇ ਇਹ ਤਾਂ ਉਦਾਂ ਛਲ ਕਰਕੇ ਲੈ ਚੱਲਿਆ ਮੂੰਹ ਮਲਾਜਾ ਕਰਨ ਲਈ, ਜਿਵੇਂ ਗੋਂਗਲੂਆਂ ਤੋਂ ਮਿੱਟੀ ਲਾਈਦੀ ਹੈ, ਵੀ ਮਹਾਰਾਜ ਉਹ ਤਾਂ ਮਿਲਣਾ ਚਾਹੁੰਦੇ ਆ। ਜਾਣਦੇ ਸਨ ਸਤਿਗੁਰੂ ਜੀ ਸਭ ਕੁਝ, ਪਰ ਹੁਣ ਸਿੰਘ ਵੀ ਸਾਰੇ ਕਹਿਣ ਲੱਗ ਪਏ, ਪਰਿਵਾਰ ਵੀ ਕਹਿਣ ਲੱਗ ਪਿਆ। ਹਾਲਾਂਕਿ ਸਤਿਗੁਰੂ ਜੀ ਜਾਣਦੇ ਸਨ ਇਹਨਾਂ ਰਾਜਿਆਂ ਨਾਲ ਕੋਈ ਮੇਲ ਨਹੀਂ, ਰਾਤ ਤੇ ਦਿਨ ਦਾ ਕਦੇ ਮੇਲ ਨਹੀਂ ਹੋ ਸਕਦਾ। ਬੇਗੈਰਤ ਬੰਦਿਆਂ ਦਾ ਔਰ ਗੈਰਤਮੰਦ ਬੰਦਿਆਂ ਦਾ ਕੀ ਮੇਲ, ਇਹਦਾ ਬੇਗੈਰਤ ਨੇ
ਤਾਂ ਉਸ ਵਕਤ ਮਹਾਰਾਜ ਜੀ ਨੇ ਫਿਰ ਵੀ ਸਿੰਘਾਂ ਨੂੰ ਵਿਖਾਣ ਲਈ, ਉਹਨਾਂ ਦੇ ਅੰਦਰ ਦੀ ਜਿਹੜੀ ਬਿਰਤੀ ਸੀ ਉਹਨੂੰ ਪ੍ਰਗਟ ਕਰਨ ਲਈ ਮਿਲਿਓ ਖਾਲਸਾ ਚਲਨਿ ਉਚਾਰਾ। ਮਹਾਰਾਜ ਜੀ ਨੇ ਕਹਿ ਦਿੱਤਾ, ਚੰਗਾ ਖਾਲਸਾ ਜੀ ਕਰੋ ਤਿਆਰੀ, ਫਿਰ ਚੱਲਦੇ ਆ ਰਵਾਲਸਰ ਸਾਹਿਬ ਨੂੰ। ਚਾਹੁੰਦੇ ਤਾਂ ਮਹਾਰਾਜ ਜੀ ਦੱਸ ਸਕਦੇ ਸਨ ਖਾਲਸੇ ਨੂੰ ਵੀ ਇਹ ਮਿਲਣ ਵਾਲੀਆਂ ਜਿਨਸਾਂ ਨਹੀਂ ਹਨ, ਇਹ ਰਾਜੇ ਜਿਹੜੇ ਨੇ ਇਹ ਤਾਂ ਜ਼ਹਿਰ ਨਾਲ ਭਰੇ ਹੋਏ ਨੇ, ਪਰ ਸਤਿਗੁਰੂ ਜੀ ਨੇ ਖਾਲਸੇ ਨੂੰ ਵਿਖਾਣਾ ਸੀ। ਇਸ ਕਰਕੇ ਆਖਿਆ ਚਲੋ ਖਾਲਸਾ ਜੀ ਰਵਾਲਸਰ ਸਾਹਿਬ ਨੂੰ ਚੱਲੀਏ। ਸਭ ਕੋ ਸਮਤੀ ਲਖ ਕਰ ਸੁਆਮੀ, ਸਾਰੇ ਖਾਲਸੇ ਦੀ ਸੰਮਤੀ ਜਾਣ ਕੇ ਛਾਨੀ ਬਾਤ ਨ ਕਛੂ ਬਖਾਨੀ। ਜਿਹੜੀ ਲੁਕੀ ਹੋਈ ਗੱਲ ਸੀ ਮਹਾਰਾਜ ਜੀ ਨੇ ਉਹ ਪ੍ਰਗਟ ਨਹੀਂ ਕੀਤੀ, ਕਹਿ ਕਰ ਤਬ ਤਿਆਰੀ ਕਰਵਾਈ। ਹੁਕਮ ਕਰਕੇ ਮਹਾਰਾਜ ਜੀ ਨੇ ਤਿਆਰੀ ਕਰਵਾ ਦਿੱਤੀ। ਸਭਾ ਸਰਬ ਮੈਂ ਤੇਰੇ ਗੁਸਾਈ, ਸਾਰਿਆਂ ਵਿੱਚ ਮਹਾਰਾਜ ਜੀ ਬਿਰਾਜਮਾਨ ਹਨ। ਏਕ ਹੋਤੋ ਹਿਆ ਕੋ ਕੋਰਵਾਰ। ਇੱਕ ਮਹਾਰਾਜ ਜੀ ਦਾ ਘੋੜਿਆਂ ਦੀ ਸੇਵਾ ਕਰਨ ਵਾਲਾ, ਸਤਿਗੁਰਾਂ ਦੇ ਘੋੜੇ ਦੀ ਸੇਵਾ ਕਰਨ ਵਾਲਾ ਮਹਾਰਾਜ ਜੀ ਦਾ ਸੇਵਾਦਾਰ ਸੀ। ਨਾਮ ਮਦਨ ਸਿੰਘ ਜਾਤ ਚਮਾਰ। ਇਹਦਾ ਨਾਮ ਸੀ ਭਾਈ ਮਦਨ ਸਿੰਘ, ਇਹ ਜਾਤੀ ਕਰਕੇ ਚਮਾਰ ਸੀ। ਗੁਰੂ ਸਾਹਿਬ ਜੀ ਦਾ ਬੜਾ ਹੀ ਪਿਆਰਾ ਸਿੰਘ ਹੈ ਭਾਈ ਮਦਨ ਸਿੰਘ। ਜਿਹੜੇ 40 ਸਿੰਘ ਸ਼ਹੀਦ ਹੋਏ ਨਾ ਚਮਕੌਰ ਦੀ ਗੜੀ ਚ, ਉਹਨਾਂ 40 ਵਿੱਚੋਂ ਇੱਕ ਭਾਈ ਮਦਨ ਸਿੰਘ ਸਾਹਿਬ ਵੀ ਸਨ। ਇਹ ਮਹਾਰਾਜ ਜੀ ਦੇ ਘੋੜੇ ਦੀ ਸੇਵਾ ਕਰਦੇ ਹਨ। ਤਿਸ ਮੈਂ ਸ਼ਕਤ ਹੋਤੀ ਸਭ ਜਾਨੀ। ਸਤਿਗੁਰਾਂ ਦੇ ਘੋੜੇ ਦੀ ਸੇਵਾ ਕਰਦਿਆਂ ਇਹਦੇ ਅੰਦਰ ਸ਼ਕਤੀ ਉਜਾਗਰ ਹੋ ਗਈ ਸੀ। ਗੁਰੂ ਪਾਤਸ਼ਾਹ ਦੇ ਘੋੜੇ ਦੀ ਸੇਵਾ ਕਰਦਿਆਂ ਇਹਨੇ ਜਾਣ ਲਿਆ ਸਾਰਾ ਕੁਝ ਵੀ ਇਹ ਰਾਜੇ ਨਹੀਂ ਮਿਲਣ ਵਾਲੇ, ਇਹਨਾਂ ਨੇ ਉੱਥੇ ਖੋਟ ਕਰਨੀ ਹੈ ਗੁਰੂ ਸਾਹਿਬ ਨਾਲ, ਰਾਜਿਆਂ ਨੇ ਪਹਾੜੀਆਂ ਨੇ। ਉਹ ਜਾਣ ਗਿਆ ਸਾਰਾ ਕੁਝ, ਉਹਨੂੰ ਤ੍ਰਿਕਾਲਦਰਸ਼ੀ ਹੋ ਜਾਂਦੇ ਆ ਮਹਾਂਪੁਰਸ਼, ਜਾਣਦੇ ਸਤਿਗੁਰੂ ਵੀ ਨੇ, ਪਰ ਮਹਾਰਾਜ ਜੀ ਬੋਲੇ ਨਹੀਂ ਕੁਝ। ਉਹ ਸਿੰਘ ਨੂੰ, ਭਾਈ ਮਦਨ ਸਿੰਘ ਨੂੰ ਪਤਾ ਲੱਗ ਗਿਆ ਵੀ ਰਵਾਲਸਰ ਸਾਹਿਬ ਜਿਹੜੇ ਰਾਜਿਆਂ ਨੇ ਮੀਟਿੰਗ ਕਰਨੀ ਹੈ, ਵੀ ਉਹਨਾਂ ਨੇ ਕਪਟ ਕਰਨਾ, ਗੁਰੂ ਸਾਹਿਬ ਨਾਲ ਛਲ ਕਰਨਾ। ਉਹ ਜਾਣ ਗਿਆ। ਸਬਨ ਸੁਨਾਵਨ ਬੋਲਿਓ ਬਾਨੀ। ਜਦੋਂ ਚੜ੍ਹਾਈ ਕਰਕੇ ਚੱਲਣ ਹੀ ਲੱਗੇ ਸੀ ਨਾ, ਉਹ ਸਾਰੇ ਖਾਲਸੇ ਵਿੱਚ ਉੱਚੀ ਆਵਾਜ਼ ਵਿੱਚ ਭਾਈ ਮਦਨ ਸਿੰਘ ਬੋਲਿਆ, ਕਰੇਗਾ ਸੋ ਭਰੇਗਾ। ਜਿਹੜਾ ਕਰੇਗਾ ਭਰੇਗਾ, ਕਰੇਗਾ ਭਰੇਗਾ। ਉਹਨੇ ਏਦਾਂ ਉੱਚੀ ਉੱਚੀ ਬੋਲਣਾ ਸ਼ੁਰੂ ਕਰ ਦਿੱਤਾ ਸਿੰਘ ਨੇ, ਭਾਈ ਮਦਨ ਸਿੰਘ ਨੇ। ਕਰੇਗਾ ਸੋ ਭਰੇਗਾ, ਜਿਹੜਾ ਕਰੇਗਾ ਉਹ ਭਰੇਗਾ, ਏਦਾਂ ਬਚਨ ਕੀਤਾ। ਗੁਰੂ ਕਾ ਕੀ ਕਰੇਗਾ। ਗੁਰੂ ਦਾ ਕੋਈ ਕੀ ਵਿਗਾੜੇਗਾ ਭਲਾ, ਗੁਰੂ ਦਾ ਕੋਈ ਕੀ ਕਰੇਗਾ, ਭਾਵ ਗੁਰੂ ਦਾ ਕੋਈ ਕੀ ਵਿਗਾੜੇਗਾ। ਸੇਵਕ ਤੇ ਕਾਜ ਸਰੇਗਾ। ਸੇਵਕਾਂ ਦੇ ਤਾਂ ਜਿਹੜੇ ਸੇਵਕ ਬਣ ਕੇ ਆਉਣਗੇ ਉਹਨਾਂ ਦੇ ਕਾਰਜ ਸਰਨਗੇ। ਜਿਹੜਾ ਸੇਵਕ ਬਣੇਗਾ, ਮੰਡੀ ਦਾ ਰਾਜਾ ਸੇਵਕ ਬਣਿਆ, ਉਹਦਾ ਕਾਰਜ ਸਰਿਆ। ਉਹ ਦੱਸ ਰਿਹਾ ਮਦਨ ਸਿੰਘ, ਜਿਹੜਾ ਕਰੇਗਾ ਉਹ ਭਰੇਗਾ, ਗੁਰੂ ਦਾ ਕੀ ਕਰੇਗਾ, ਭਾਵ ਗੁਰੂ ਦਾ ਕੀ ਵਿਗਾੜ ਕਰੇਗਾ। ਤੇ ਫਿਰ ਜਿਹੜਾ ਸੇਵਕ ਹੋਵੇਗਾ ਉਹਦੇ ਕਾਰਜ ਸਰਨਗੇ। ਦੁਸ਼ਮਨ ਦੋਖੀ ਮਰੇਗਾ। ਜਿਹੜੇ ਗੁਰੂ ਕੇ ਦੋਖੀ ਤੇ ਦੁਸ਼ਮਣ ਨੇ ਉਹ ਮਰਨਗੇ, ਉਹਨਾਂ ਦਾ ਨਾਸ਼ ਹੋਵੇਗਾ। ਜਿਹੜੇ ਗੁਰੂ ਕੇ ਦੋਖੀ ਤੇ ਦੁਸ਼ਮਣ ਹਨ। ਚੋਪਈ ਸਭਾ ਬਿਕੇ ਸਿੰਘਨ ਜਬ ਸੁਨਿਓ। ਜਦੋਂ ਭਾਈ ਮਦਨ ਸਿੰਘ ਨੇ ਬਚਨ ਕੇ ਸਾਰੇ ਸਿੰਘਾਂ ਨੇ ਸੁਣੇ, ਰਿਸ ਉਰ ਧਰ ਸਭ ਹਿਨ ਤਬ ਪਨਿਓ। ਉਹ ਗੁੱਸੇ 'ਚ ਆ ਗਏ ਸਿੰਘ। ਮਦਨ ਸਿੰਘ ਦੀ ਇਹ ਗੱਲ ਸੁਣ ਕੇ ਨਾ, ਵੀ ਜਦੋਂ ਅਸੀਂ ਚੜ੍ਹਾਈ ਕਰਨ ਲੱਗੇ ਤੂੰ ਆ ਕਿੱਦਾਂ ਦੇ ਬੋਲ ਬੋਲੀ ਜਾਂਦਾ, ਵੀ ਰਵਾਲਸਰ ਸਾਹਿਬ ਨੂੰ ਜਾਣ ਦੀਆਂ ਤਿਆਰੀਆਂ ਨੇ, ਤੂੰ ਆ ਕੀ ਆਖੀ ਜਾਂਦਾ। ਜਦੋਂ ਉਹਨਾਂ ਸਿੰਘਾਂ ਨੇ ਸੁਣੇ ਮਦਨ ਸਿੰਘ ਦੇ ਬੋਲ ਤੇ ਕੁਝ ਸਿੰਘ ਗੁੱਸੇ ਵਿੱਚ ਆਏ। ਇਹ ਕਿਆ ਬੋਲਤ ਬਾਉ ਦੁਆਈ। ਕਹਿੰਦੇ ਆ ਕਿ ਤੂੰ ਵਾਓ ਦੁਹਾਈ ਬੋਲੀ ਜਾਣਾ, ਕੋਈ ਬੋਲਣ ਵੇਲੇ ਸੋਚ ਵੀ ਕੀ ਬੋਲਣਾ, ਸ਼ੁਭ ਸ਼ੁਭ ਬੋਲ। ਇੰਨੀ ਦੂਰ ਦਾ ਪੈਂਡਾ ਤੈਅ ਕਰਨ ਵਾਸਤੇ ਜਾਣਾ ਤੇ ਤੂੰ ਚੱਜ ਦੇ ਬੋਲ ਬੋਲ। ਨੀਠ ਨੀਠ ਮਸਲਤ ਠਹਿਰਾਈ। ਏਦਾਂ ਸਾਰਿਆਂ ਨੇ ਸਲਾਹ ਕੀਤੀ ਐ। ਬਿਗਨ ਕਰਨ ਕੋ ਕਰੇ ਜਨਾਵਨ। ਇਹ ਤਾਂ ਏਦਾਂ ਬੋਲ ਰਿਹਾ ਮਾਨੋ ਜਿਵੇਂ ਕੋਈ ਵਿਘਨ ਪੈਣਾ ਹੈ। ਤੀਰਥ ਚਾਹੇ ਇਸ਼ਨਾਨ ਹਟਾਵਨ। ਇਹ ਸਾਨੂੰ ਸਾਰਿਆਂ ਨੂੰ ਜਾਣ ਤੋਂ ਰੋਕ ਰਿਹਾ ਹੈ। ਏਦਾਂ ਦੇ ਬੋਲ ਬੋਲ ਕੇ ਇਹ ਸਾਨੂੰ ਰੋਕ ਰਿਹਾ ਵੀ ਅਸੀਂ ਨਾ ਜਾਈਏ ਰਵਾਲਸਰ। ਸੁਣ ਕੇ ਮਦਨ ਸਿੰਘ ਮੁਸਕਾਇਓ। ਜਦੋਂ ਸਿੰਘ ਗੁੱਸੇ ਜੇ ਵਿੱਚ ਆਏ ਨਾ, ਉਹਨਾਂ ਆਖਿਆ ਵੀ ਤੂੰ ਸਾਨੂੰ ਤੀਰਥ ਤੇ ਜਾਣ ਤੋਂ ਰੋਕਦਾ, ਰਵਾਲਸਰ ਜਾਣ ਤੋਂ ਰੋਕ ਰਿਹਾ, ਏਦਾਂ ਦੇ ਬੋਲ ਕਿਉਂ ਬੋਲਦਾ, ਵਾਓ ਦੁਹਾਈ ਕਹੀ ਜਾਣਾ। ਸੁਣ ਕੇ ਭਾਈ ਮਦਨ ਸਿੰਘ ਜੀ ਹੱਸ ਪਏ।
ਉਹ ਅੱਗੋਂ ਮੁਸਕਰਾ ਪਏ। ਉਹ ਤਾਂ ਹੁਣ ਜਾਣਦੇ ਸਨ, ਅੰਦਰ ਸੋਝੀ ਹੋ ਗਈ, ਬਿਰਲੇ ਸਿੰਘਾਂ ਦੇ ਅੰਦਰ ਸੋਝੀ ਸੀ। ਤੋ ਭਾਈ ਮਦਨ ਸਿੰਘ ਜੀ ਮੁਸਕਰਾ ਪਏ। ਧਰ ਤੂਸ਼ਨ ਕੋ ਕੁਛ ਨ ਅਲਾਇਓ। ਚੁੱਪ ਰਹੇ, ਉਹਨਾਂ ਨੇ ਅੱਗੋਂ ਕੋਈ ਜਵਾਬ ਨਹੀਂ ਦਿੱਤਾ। ਤਬ ਸਤਿਗੁਰ ਕੈ ਸਬਨ ਸੁਨਾਇਓ। ਫਿਰ ਕਲਗੀਧਰ ਜੀ ਬੋਲੇ, ਸੇਵਕ ਹਿਆ ਕੋ ਸਾਚ ਅਲਾਇਓ। ਮਹਾਰਾਜ ਜੀ ਕਹਿੰਦੇ, ਸਿੰਘੋ ਮਦਨ ਸਿੰਘ ਤੇ ਗੁੱਸਾ ਕਿਉਂ ਕਰਦੇ ਹੋ? ਇਹ ਸਾਡੇ ਘੋੜੇ ਦਾ ਸੇਵਾਦਾਰ ਹੈ, ਇਹਨੇ ਸੱਚ ਹੀ ਕਿਹਾ ਜੋ ਕਿਹਾ, ਇਹਨੇ ਸੱਚ ਹੀ ਆਖਿਆ ਹੈ। ਜਿਸ ਅਸ ਪਰ ਚੜਤੇ ਗੁਰਦੇਵਾ। ਜਿਸ ਘੋੜੇ ਤੇ ਗੁਰਦੇਵ ਦੀ ਸਵਾਰੀ ਹੈ, ਜਿਸ ਘੋੜੇ ਤੇ ਸਾਡੀ ਸਵਾਰੀ ਹੈ, ਦਵਾਦਸ਼ ਮਾਸ ਕਰੀ ਇਨ ਸੇਵਾ। ਇਸ ਸਿੰਘ ਨੇ, ਮਦਨ ਸਿੰਘ ਨੇ ਉਸ ਘੋੜੇ ਦੀ 12 ਮਹੀਨੇ ਸੇਵਾ ਕੀਤੀ ਹੈ ਲਗਾਤਾਰ। ਜੋ ਨਿਸ਼ਕਾਮ ਹੋਏ ਕਰ ਉਰ ਕੋ। ਤੇ ਜਿਹੜਾ ਗੁਰੂ ਕੇ ਘੋੜਿਆਂ ਦੀ ਨਿਸ਼ਕਾਮ ਹੋ ਕੇ ਸੇਵਾ ਕਰਦਾ ਹੈ, ਸੇਵੇ ਭਲੇ ਤੁਰੰਗ ਸਤਿਗੁਰ ਕੋ। ਔਰ ਗੁਰੂ ਕੇ ਘੋੜਿਆਂ ਦੀ ਸੇਵਾ ਨਿਸ਼ਕਾਮ ਹੋ ਕੇ ਕਰਦਾ। ਖਾਲਸਾ ਜੀ, ਹੁਣ ਵੀ ਦਲਾਂ ਪੰਥਾਂ ਵਿੱਚ ਨਿਹੰਗ ਸਿੰਘ ਘੋੜਿਆਂ ਨੂੰ ਸਤਿਗੁਰਾਂ ਦੇ ਘੋੜੇ ਸਮਝ ਕੇ ਸੇਵਾ ਕਰਦੇ ਹਨ। ਬਹੁਤ ਸਾਰੇ ਪਿੰਡਾਂ ਵਾਲੇ ਆਪ ਬੇਨਤੀਆਂ ਕਰਕੇ ਦਲਾਂ ਨੂੰ ਕਹਿੰਦੇ ਆ ਵੀ ਘੋੜਿਆਂ ਦੇ ਚਰਨ ਸਾਡੇ ਖੇਤਾਂ 'ਚ ਪਵਾਓ, ਸਾਡੀਆਂ ਫਸਲਾਂ ਦੁੱਗਣੀਆਂ ਹੁੰਦੀਆਂ। ਈਵਨ ਇੱਥੋਂ ਤੱਕ ਕਿ ਚੰਗੀਆਂ ਹਰੀਆਂ ਭਰੀਆਂ ਫਸਲਾਂ ਵਿੱਚ ਵੀ ਘੋੜੇ ਵਾੜ ਦਿੰਦੇ ਆ ਤੇ ਝਾੜ ਦੂਣਾ ਉਤਰਦਾ ਹੈ। ਗੁਰੂ ਸਾਹਿਬ ਦੇ ਘੋੜੇ ਸਮਝ ਕੇ ਕਲਗੀਧਰ ਕਹਿ ਰਹੇ ਨੇ, ਭਾਈ ਸੰਤੋਖ ਸਿੰਘ ਜੀ ਲਿਖ ਰਹੇ ਨੇ ਕਿ ਜਿਹੜੇ ਗੁਰੂ ਸਾਹਿਬ ਦੇ ਘੋੜਿਆਂ ਦੀ ਨਿਸ਼ਕਾਮ ਹੋ ਕੇ ਸੇਵਾ ਕਰਦੇ ਨੇ, ਉਹ ਨਿਸ਼ਕਾਮ ਹੋ ਕੇ ਸੇਵਾ ਕਰਨ ਵਾਲਿਆਂ ਨੂੰ ਬੇਅੰਤ ਬਖਸ਼ਿਸ਼ਾਂ ਗੁਰੂ ਦੀਆਂ ਪ੍ਰਾਪਤ ਹੁੰਦੀਆਂ ਹਨ। ਹਾਂਜੀ, ਤਥਾ ਗੁਰੂ ਕੀ ਸੇਵਾ ਤੈਨੂੰ। ਇਹ ਸਮਝ ਲਓ ਵੀ ਜੇ ਗੁਰੂ ਕੇ ਘੋੜਿਆਂ ਦੀ ਸੇਵਾ ਕੀਤੀ ਤੇ ਗੁਰੂ ਦੀ ਸੇਵਾ ਕਰ ਲਈ ਜਾਂ ਗਊ ਦੀ ਸੇਵਾ ਕਰ ਲਈ, ਸੋ ਸ਼ਕਤੀ ਕੋ ਕਰ ਹੈ ਲੈਨੋ। ਤੇ ਕਹਿੰਦੇ ਉਹਨਾਂ ਵਿੱਚ ਸ਼ਕਤੀਆਂ ਆ ਜਾਂਦੀਆਂ ਨੇ। ਉਹ ਵੇਖੋ ਭਾਈ ਮਦਨ ਸਿੰਘ ਨੇ ਗੁਰੂ ਸਾਹਿਬ ਦੇ ਘੋੜੇ ਦੀ ਸੇਵਾ ਕੀਤੀ ਹੈ ਨਾ, ਮਹਾਰਾਜ ਜੀ ਕਹਿੰਦੇ ਉਹਨਾਂ 'ਚ ਇਹੋ ਜਿਹੀ ਸ਼ਕਤੀ ਆ ਜਾਂਦੀ ਹੈ, ਉਹਨਾਂ ਨੂੰ ਇਹੋ ਜਿਹੀਆਂ ਸ਼ਕਤੀਆਂ ਪ੍ਰਾਪਤ ਹੋ ਜਾਂਦੀਆਂ। ਸੁੱਤੇ ਸਿੱਧ ਸੁਭਾਵਕ ਹੀ ਗੁਰੂ ਕੇ ਘੋੜਿਆਂ ਦੀ ਸੇਵਾ ਕਰਕੇ ਨਵਾਬ ਕਪੂਰ ਸਿੰਘ ਨੇ ਆਖਿਆ, ਜੱਸਾ ਸਿੰਘ ਮੈਂ ਗੁਰੂ ਖਾਲਸੇ ਦੇ ਇਹਨਾਂ ਦੇ ਘੋੜਿਆਂ ਦੀ ਲਿੱਦ ਚੁੱਕਦਾ ਸਾਂ, ਆ ਵੇਖ ਮੈਨੂੰ ਨਵਾਬੀਆਂ ਦੇ ਦਿੱਤੀਆਂ, ਤੂੰ ਦਾਣਾ ਵੰਡਦਾ, ਤੈਨੂੰ ਇਹ ਪਾਤਸ਼ਾਹੀਆਂ ਬਖਸ਼ ਦੇਣਗੇ, ਇਹ ਤੈਨੂੰ ਪਾਤਸ਼ਾਹ ਬਣਾ ਦੇਣਗੇ। ਇਹ ਘੋੜਿਆਂ ਦੀ ਸੇਵਾ, ਘੋੜਿਆਂ ਦੀ ਸੇਵਾ ਕਰਕੇ ਮੈਨੂੰ ਖਾਲਸੇ ਨੇ ਨਵਾਬੀ ਦੇ ਦਿੱਤੀ ਹੈ, ਇਹਨਾਂ ਦੀ ਸੇਵਾ ਕਰਦਿਆਂ ਤੈਨੂੰ ਪਾਤਸ਼ਾਹੀ ਦੇ ਦੇਣੀ ਹੈ ਇਹਨਾਂ ਨੇ। ਪੰਥ ਨੇ ਨਵਾਬ ਕਪੂਰ ਸਿੰਘ ਸਾਹਿਬ ਦਾ ਇਹ ਬਚਨ ਪਾਲਿਆ ਔਰ ਸੁਲਤਾਨੇ ਉਲ ਕੌਮ ਦਾ ਸਰਦਾਰ ਜੱਸਾ ਸਿੰਘ ਜੀ ਆਹਲੂਵਾਲੀਆ, ਜਥੇਦਾਰ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ, ਉਹਨਾਂ ਨੂੰ ਪਾਤਸ਼ਾਹੀ ਦਾ ਖਿਤਾਬ ਦਿੱਤਾ। ਤੋ ਮਹਾਰਾਜ ਜੀ ਇੱਥੇ ਕਹਿ ਰਹੇ ਨੇ ਜਿਹੜੇ ਨਿਸ਼ਕਾਮ ਹੋ ਕੇ ਏਦਾਂ ਗੁਰੂ ਕੇ ਘੋੜਿਆਂ ਦੀ ਸੇਵਾ ਕਰਦੇ ਆ ਭਾਈ, ਉਹਨਾਂ ਨੂੰ ਬੇਅੰਤ ਬਖਸ਼ਿਸ਼ਾਂ ਸ਼ਕਤੀਆਂ ਪ੍ਰਾਪਤ ਹੋ ਜਾਂਦੀਆਂ ਹਨ। ਭੂਤ ਭਵਿੱਖਤ ਕੇਰ ਬਿਰਤਾਂਤ। ਉਹਨਾਂ ਅੰਦਰ ਭੂਤ ਕਾਲ ਤੇ ਭਵਿੱਖ ਕਾਲ ਦਾ ਜਿਤਨਾ ਬਿਰਤਾਂਤ ਗਿਆਨ ਹੈ, ਇਸ ਕੇ ਹਿਰਦੇ ਹੋਏ ਬਖਿਆਤ। ਉਹਨਾਂ ਦੇ ਹਿਰਦਿਆਂ 'ਚੋਂ ਗਿਆਨ ਪ੍ਰਗਟ ਹੋ ਆਉਂਦਾ ਹੈ। ਸਭ ਕਿਛ ਜਾਣ ਲੀਨ ਇਨ ਹਿਰਦੇ। ਇਸ ਸਿੰਘ ਨੇ ਵੀ ਜਾਣ ਲਿਆ, ਸਾਰਾ ਕੁਝ ਇਹਨੂੰ ਗਿਆਨ ਹੋ ਗਿਆ ਆਉਣ ਵਾਲੇ ਸਮੇਂ ਦਾ। ਸੇਵਕ ਸੰਗ ਬਖਾਨਿਓ ਤਦੇ। ਮਹਾਰਾਜ ਜੀ ਉਸ ਵੇਲੇ ਬੋਲੇ, ਕਹਿਣ ਲੱਗੇ, ਬਚਨ ਸਾਹਿਬ ਜੀ ਕਾ। ਬਚਨ ਸਾਹਿਬ ਜੀ ਨੇ ਉਚਾਰੇ, ਸੋ ਸਾਖੀ 'ਚ ਦਰਜ ਨੇ। ਸੋ ਸਾਖੀ ਦੇ ਇਨ ਬੇਨੋਹੀ ਬਚਨ ਭਾਈ ਸੰਤੋਖ ਸਿੰਘ ਜੀ ਲਿਖਦੇ ਹਨ, ਘੋੜੇ ਦੀ ਸੇਵਾ ਕਰ ਹੋਵੇਗੀ ਸੋ ਜਰ। ਮਹਾਰਾਜ ਜੀ ਕਹਿੰਦੇ, ਮਦਨ ਸਿਆ ਘੋੜੇ ਦੀ ਸੇਵਾ ਕਰ, ਜੋ ਹੋਵੇਗੀ ਭਾਵ ਸੇਵਾ ਕਰਦਿਆਂ ਜੋ ਸ਼ਕਤੀ ਆਉਂਦੀ ਆ ਉਹਨੂੰ ਜਰ ਪ੍ਰਗਟ ਨਾ ਕਰ। ਸੇਵਾ ਜੋ ਗੁਰੂ ਕੇ ਘੋੜਿਆਂ ਦੀ ਸੇਵਾ ਕਰਨੀ ਹੈ, ਗੁਰੂ ਕੇ ਪੰਥ ਦੀ ਸੇਵਾ ਕਰਨੀ ਹੈ, ਉਹ ਸੇਵਾ ਕਰਦਿਆਂ ਜੋ ਮਿਲੇਗਾ ਉਹਨੂੰ ਜਰ। ਗੁਰੂ ਕਾ ਘਰ ਰਾਖਾ ਸਾਚਾ ਸਤਿਗੁਰ। ਇਹ ਗੁਰੂ ਕਾ ਘਰ ਹੈ, ਇਸ ਘਰ ਦੇ ਰਾਖੇ ਖੁਦ ਸਤਿਗੁਰੂ ਜੀ ਆਪ ਹਨ, ਫਿਕਰ ਨਾ ਕਰ। ਇਹ ਗੁਰੂ ਕਾ ਘਰ ਹੈ, ਇਹਦੇ ਰਾਖੇ ਖੁਦ ਸਤਿਗੁਰੂ ਆਪ ਹਨ। ਸਿੱਖਾ ਚਿੰਤਾ ਨਾ ਕਰ। ਸਿੱਖਾ ਚਿੰਤਾ ਨਾ ਕਰ। ਮਦਨ ਸਿੰਘ ਨੂੰ ਫਿਕਰ ਸੀ ਨਾ, ਮਹਾਰਾਜ ਜੀ ਕਹਿੰਦੇ ਸਿੱਖਾ
ਚਿੰਤਾ ਨਾ ਕਰ। ਚੁੱਪ ਕਾ ਸਮਾਂ ਸਰ, ਚੁੱਪ ਦਾ ਸਮਾਂ ਰੱਖ। ਤੇ ਹੁਣ ਸਮਾਂ ਸਾਰੇ ਨੂੰ, ਇਹ ਜਿਹੜਾ ਵੇਲਾ ਨਾ, ਇਹ ਚੁੱਪ ਦਾ ਹੀ ਸਮਾਂ ਚੰਗਾ ਹੈ, ਕਿਉਂਕਿ ਹੁਣ ਸਾਰੇ ਤਿਆਰ ਹੋਏ ਬੈਠੇ ਆ, ਸਭ ਨੇ ਕਮਰ ਕਸੇ ਕੀਤੇ ਹੋਏ ਆ ਵੀ ਜਾਣਾ ਰਵਾਲਸਰ ਸਾਹਿਬ। ਤੇ ਐਨ ਮੌਕੇ ਤੇ ਤੂੰ ਕਹਿਣਾ ਕਰੈਗੋ ਸੋ ਭਰੈਗੋ, ਗੁਰੂ ਕਾ ਕਿਆ ਕਰੈਗੋ। ਤੇ ਹੁਣ ਸੁਣ ਕੇ ਉਹਨਾਂ ਦਾ ਮਨ ਰੰਜ ਹੋਵੇਗਾ, ਸਿੰਘਾਂ ਦੇ ਮਨ ਵੀ ਉਧਰ ਤਿਆਰੀ ਕੀਤੀ ਵੀ ਚੱਲੇ ਆ ਰਵਾਲਸਰ ਮੇਲਾ ਵੇਖਣ, ਤੇ ਤੂੰ ਵਿੱਚ ਟੋਕ ਦਿੱਤਾ, ਉਹਨਾਂ ਦਾ ਮਨ ਟੁੱਟ ਜਾਣਾ। ਹੁਣ ਜੋ ਹੋਵੇਗਾ ਵੇਖੀ ਜਾਏਗੀ। ਗੁਰੂ ਕਾ ਘਰ ਹੈ, ਸਤਿਗੁਰੂ ਰਾਖੇ ਆਪ ਨੇ, ਫਿਕਰ ਨਾ ਕਰ, ਚਿੰਤਾ ਨਾ ਕਰ। ਇਹ ਮਹਾਰਾਜ ਜੀ ਨੇ ਬਚਨ ਕੀਤਾ ਤੇ ਆਖਿਆ ਹੁਣ ਚੁੱਪ ਦਾ ਸਮਾਂ ਹੈ, ਤੇ ਚੁੱਪ ਦਾ ਸਮਾਂ ਹੀ ਚੰਗਾ ਹੈ। ਚੋਪਈ ਤਬ ਸਤਿਗੁਰ ਤਿਆਰੀ ਕਰਵਾਈ, ਸਤਿਗੁਰੂ ਜੀ ਨੇ ਹੁਕਮ ਕਰਕੇ ਤਿਆਰੀ ਕਰਵਾਈ। ਸਭਨ ਤੁਰੰਗਨ ਜ਼ੀਨ ਸਜਾਈ, ਔਰ ਸਭ ਨੇ ਘੋੜਿਆਂ ਤੇ ਕਾਠੀਆਂ ਸਜਾ ਲਈਆਂ। ਕੰਚਨ ਸਾਜ ਸੰਗ ਸ਼ਿੰਗਾਰੇ, ਸੋਨੇ ਦੇ ਜਿੰਨੇ ਸਾਜ ਸਨ ਨਾਲ ਸ਼ਿੰਗਾਰ ਲਏ। ਕੋਤਲ ਪੰਚ ਗੁਰੂ ਕੇ ਪਿਆਰੇ, ਮਹਾਰਾਜ ਜੀ ਦੇ ਘੋੜਿਆਂ ਦੇ ਜਿਹੜੇ ਕੌਤਲ ਪੰਜ ਸਨ ਉਹ ਅੱਗੇ ਆਏ। ਨਿਕਲ ਖਾਲਸਾ ਲਾਲਸ ਕਰੇ, ਸਾਰੇ ਖਾਲਸੇ ਦੇ ਮਨ ਦੀ ਲਾਲਸਾ ਨੂੰ, ਸਭ ਦੇ ਹਿਰਦੇ 'ਚ ਜਾਣ ਦੀ ਲਾਲਸਾ। ਪਏ ਸਨਦ ਬਦ ਮੁਦ ਤਰੇ, ਸਾਰੇ ਤਿਆਰ ਬਰ ਤਿਆਰ ਹੋਏ, ਬੜੀ ਖੁਸ਼ੀ ਦੇ ਨਾਲ ਜਾਣ ਲਈ। ਦੋਰੇ ਚਲੇ ਤੀਨ ਗੁਰ ਮਹਿਲਾ, ਮਹਾਰਾਜ ਜੀ ਦੇ ਤਿੰਨੋਂ ਮਹਿਲ, ਮਾਤਾ ਜੀਤੋ ਜੀ, ਮਾਤਾ ਸੁੰਦਰੀ ਜੀ, ਮਾਤਾ ਸਹਿਬਦੇਵਾਂ ਜੀ ਡੋਲਿਆਂ 'ਚ ਸਵਾਰ ਹੋਏ ਨੇ, ਚੱਲੇ ਨੇ। ਗੁਜਰੀ ਚੜੀ ਪਾਲਕੀ ਪਹਿਲਾ, ਮਾਤਾ ਗੁਜਰੀ ਜੀ ਸਭ ਤੋਂ ਪਹਿਲਾਂ ਇੱਕ ਸੁੰਦਰ ਪਾਲਕੀ 'ਚ ਸਵਾਰ ਹੋਏ, ਬਿਰਧ ਅਵਸਥਾ ਵਿੱਚ ਸਨ, ਉਹ ਪਾਲਕੀ 'ਚ ਸਵਾਰ ਹੋ ਕੇ ਨਾਲ ਚੱਲੇ ਨੇ। ਆਨੰਦਪੁਰ ਤੇ ਚੜਤ ਸਿਧਾਰੇ, ਸ੍ਰੀ ਆਨੰਦਪੁਰ ਸਾਹਿਬ ਤੋਂ ਚੱਲੇ ਨੇ, ਚਾਲੇ ਪਾਏ ਹਨ। ਸਾਹਿਬਜ਼ਾਦੇ ਲੈ ਸੰਗ ਚਾਰੇ, ਮਹਾਰਾਜ ਜੀ ਦੇ ਚਾਰੋਂ ਸਹਿਬਜ਼ਾਦੇ, ਸਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ, ਸਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ, ਸਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ, ਸਹਿਬਜ਼ਾਦਾ ਬਾਬਾ ਫਤਿਹ ਸਿੰਘ ਕੇ ਜਥੇ ਸਿੰਘ ਜੀ, ਇਹ ਚਾਰੋਂ ਸਹਿਬਜ਼ਾਦੇ ਮਹਾਰਾਜ ਜੀ ਦੇ ਨਾਲ ਚੱਲੇ ਹਨ। ਸਿੱਖ ਸੰਗਤ ਕੋ ਵਾਰ ਨ ਪਾਰੇ, ਬੇਅੰਤ ਸਿੱਖ ਸੰਗਤਾਂ ਨਾਲ ਚੱਲ ਪਈਆਂ, ਜਿਨ੍ਹਾਂ ਦਾ ਵਾਰ ਪਾਰੀ ਕੋਈ ਨਹੀਂ। ਚੜਿਓ ਖਾਲਸਾ ਗੁਰੂ ਪਿਛਾਰੇ, ਪਿੱਛੇ ਪਿੱਛੇ ਨਾਲ ਸਮੁੱਚਾ ਖਾਲਸਾ ਪੰਥ ਮਹਾਰਾਜ ਜੀ ਦਾ ਚੜਿਆ ਹੈ। ਮਾਰਗ ਬਿਕਮ ਗਿਰਨ ਕੋ ਜੋ, ਬੜਾ ਬਿਖਮ ਰਾਹ ਹੈ। ਹੁਣ ਤਾਂ ਚਲੋ ਸੜਕਾਂ ਬਣ ਗਈਆਂ ਦੂਰ ਤਾਈਂ, ਹੁਣ ਵੀ ਬੜਾ ਔਖਾ ਰਾਹ ਹੀ ਹੈ ਇੱਕ ਪ੍ਰਕਾਰ ਦਾ। ਉਹਨਾਂ ਵੇਲਿਆਂ 'ਚ ਤਾਂ ਘੋੜਿਆਂ ਦੀਆਂ ਪੱਗ ਡੰਡੀਆਂ ਹੀ ਹੁੰਦੀਆਂ ਸਨ, ਤੇ ਉਹ ਰਾਹਾਂ ਦੇ ਉੱਤੇ ਔਖੇ ਰਾਹ ਤੇ ਜਾ ਰਹੇ ਨੇ। ਸਨੇ ਸਨੇ ਉਲੰਘਤ ਸਭ ਕੋ, ਸਹਿਜੇ ਸਹਿਜੇ ਸਾਰਾ ਪੈਂਡਾ ਤੈਅ ਕਰਦੇ ਜਾ ਰਹੇ ਹਨ। ਇਸ ਬਿਦ ਕਲਗੀ ਧਰ ਆਗਵਨੋ, ਇਸ ਪ੍ਰਕਾਰ ਕਲਗੀਧਰ ਪਾਤਸ਼ਾਹ ਜੀ ਦਾ ਆਗਮਨ ਸੁਣ ਕੇ ਪਹਾੜੀ ਰਾਜੇ ਪਹੁੰਚੀ ਸੁਧ ਸਭ ਗਿਰਪਤ ਭਵਨੋ, ਜਿੰਨੇ ਪਹਾੜੀ ਰਾਜੇ ਨੇ ਸਭ ਦੇ ਘਰਾਂ 'ਚ ਖਬਰ ਪਹੁੰਚੀ ਕਿ ਕਲਗੀਧਰ ਜੀ ਸ੍ਰੀ ਰਵਾਲਸਰ ਸਾਹਿਬ ਆ ਰਹੇ ਹਨ। ਸੁਨ ਕਰ ਚੜੇ ਸਕਲ ਤਤਕਾਲ, ਸਾਰੇ ਰਾਜੇ ਮਹਾਰਾਜ ਜੀ ਨੂੰ ਮਿਲਣ ਲਈ ਰਵਾਲਸਰ ਸਾਹਿਬ ਵਾਲੇ ਮੁਕਾਮ ਤੇ ਚੱਲੇ ਹਨ। ਸ੍ਰੀ ਨਗਰੀਏ ਅਰ ਚੰਬਿਆ, ਰਾਜਾ ਸ਼੍ਰੀ ਨਗਰ ਰਾਜਾ ਚੰਬਿਆਲਾ ਚੱਲ ਕੇ ਆਇਆ ਹੈ। ਚੜਨ ਦੂਨੀਏ ਨ੍ਰਿਪ ਬਗਿਆਲੇ, ਫਿਰ ਰਾਜਾ ਨਦੂਣੀਆਂ, ਰਾਜਾ ਬਗਿਆਲ ਇਹ ਵੀ ਚੱਲ ਕੇ ਆਏ। ਅਪਰ ਮੰਡਲ ਚਮੂਲੇ ਨਾਲੇ, ਰਾਜਾ ਮੰਡੀ ਆਪਣੀ ਫੌਜ ਲੈ ਕੇ ਨਾਲ ਆਇਆ। ਉਤੋ ਕਾਮ ਗੜੀਆ ਜੋ ਸਿਧਾਰਾ, ਕਾਮਗੜ ਦਾ ਰਾਜਾ ਵੀ ਚੱਲ ਕੇ ਆਇਆ। ਨਾਮ ਕਮੰਡ ਚੰਦ ਪਟ ਪਾਰਾ, ਰਾਜਾ ਕਮੰਡ ਚੰਦ ਜੋ ਬੜਾ ਸੂਰਮਾ ਸਦਾਉਂਦਾ ਉਹ ਵੀ ਆਇਆ। ਭੀਮ ਚੰਦ ਗਿਰਨਾਥ ਕਲੂ, ਰਾਜਾ ਭੀਮ ਚੰਦ ਜੋ ਕਹਿਲੂਰ ਰਿਆਸਤ ਦਾ ਰਾਜਾ ਕਹਿਲੂਰ ਹੈ। ਭੂਪ ਚੰਦ ਚੜ ਚੱਲਿਓ ਹਡੂਰੰਗ, ਹੰਡੂਰ ਰਿਆਸਤ ਦਾ ਰਾਜਾ ਹੰਡੂਰੀਆ ਭੂਪ ਚੰਦ ਵੀ ਆਇਆ ਹੈ। ਵੀਰ ਸਿੰਘ ਜਸਪਾਲ ਪਧਾ, ਰਾਜਾ ਵੀਰ ਸਿੰਘ ਜਸਪਾਲੀਆ ਵੀ ਚੱਲਿਆ। ਚੜੇ ਬੈਸਰੀ ਆਨੰਦ ਤਾਰਾ, ਇਸੇ ਤਰ੍ਹਾਂ ਰਿਆਸ ਸ਼ਿਮਲੇ ਦੇ ਇਲਾਕੇ ਦਾ ਜਿਹੜਾ ਇਲਾਕਾ ਇਹਨੂੰ ਬਸਹਿਰੀ ਦਾ ਇਲਾਕਾ ਕਹਿ ਦਿੰਦੇ ਹਨ, ਇੱਥੋਂ ਦਾ ਵੀ ਰਾਜਾ ਆਇਆ ਹੈ। ਕੁੱਲੂ ਕੈਂਠਲ ਤੇ ਚੱਲ ਆਏ, ਕੁੱਲੂ ਦਾ ਰਾਜਾ ਕੈਂਠਲ ਦਾ ਰਾਜਾ ਵੀ ਆਇਆ ਚੜ ਕੇ। ਇਤਿਆਦਕ ਗਿਰਪਤ ਚਟਤਾਏ, ਇਹ ਸਾਰੇ ਪਹਾੜੀਏ ਰਾਜੇ ਚੜ ਕੇ ਆਏ ਹਨ। ਲਰੇ ਵਿਸਾਲ ਜੇ ਸ਼੍ਰੀ ਗੁਰ ਸਾਥਾ, ਇਹ ਰਾਜੇ ਪਹਿਲਾਂ ਸਤਿਗੁਰਾਂ ਨਾਲ ਸਾਰੇ ਲੜੇ ਵੀ ਨੇ, ਜਿਹੜੇ ਜੰਗ ਹੋਏ ਨੇ ਪਹਿਲਾਂ
ਪਹਿਲਾਂ ਗੁਰੂ ਸਾਹਿਬ ਨਾਲ ਉਹਨਾਂ ਜੰਗਾਂ ਵਿੱਚ ਸਾਰੇ ਰਾਜੇ ਸ਼ਾਮਲ ਸਨ। ਹੁਣ ਸਾਰੇ ਗੁਰੂ ਸਾਹਿਬ ਨੂੰ ਮਿਲਣ ਆ ਰਹੇ ਨੇ। ਦੇਖੇ ਬੜੇ ਜੰਗ ਮੈਂ ਹਾਥਾ, ਇਹਨਾਂ ਸਤਿਗੁਰਾਂ ਦੇ ਚੰਗੇ ਕਰੜੇ ਹੱਥ ਜੰਗ ਦੇ ਮੈਦਾਨ 'ਚ ਵੇਖੇ ਨੇ। ਇਹਨਾਂ ਵੇਖੇ ਨੇ ਮਹਾਰਾਜ ਜੀ ਦੇ ਚੱਲਦੇ ਚਾਰ ਚਾਰ ਚੌੜੇ ਖੱਪਰੇ ਤੀਰ। ਇਸ ਕਲਗੀ ਤਰ ਹੀਰਨ ਹੇਤ, ਕਹਿੰਦੇ ਦੂਰੋਂ ਵੇਖੇ ਸਨ ਤੀਰ ਚੱਲਦੇ, ਦੂਰੋਂ ਵੇਖੇ ਸਨ, ਦਰਸ਼ਨ ਨਹੀਂ ਸਨ ਹੋਏ। ਵੇਖੀਏ ਤਾਂ ਸਹੀ ਜਿਹੜੇ ਉਹ ਚਾਰ ਚਾਰ ਉਂਗਲ ਚੌੜੇ ਤੀਰ ਚਲਾਉਣ ਵਾਲੇ ਗੁਰੂ ਜੀ ਦਿਸਦੇ ਕਿਹੋ ਜਿਹੇ ਨੇ। ਕਈ ਤਾਂ ਦਰਸ਼ਨ ਕਰਨ ਵਾਸਤੇ ਹੀ ਆਏ ਹਨ। ਵੱਡ ਜੋਧਾ ਅਤ ਰਥੀ ਸੁਚੇਤ, ਕਹਿੰਦੇ ਬੜਾ ਯੋਧਾ ਗੁਰੂ, ਬੜਾ ਸੂਰਮਾ, ਸਾਡੀ 3 ਲੱਖ ਫੌਜ ਨੂੰ ਭਾਜੜ ਪਾਈ ਰੱਖੀ ਕੁਝ ਕੁ ਸਿੰਘਾਂ ਦੇ ਨਾਲ। ਚੱਲ ਕੇ ਵੇਖਣਾ ਤਾਂ ਚਾਹੀਦਾ, ਇਹੋ ਜਿਹੇ ਸੂਰਮੇ ਗੁਰੂ ਨੂੰ ਦਰਸ਼ਨ ਤਾਂ ਕਰਨੇ ਚਾਹੀਦੇ ਹਨ। ਧਰ ਧਰ ਉਰ ਦੀਰਘ ਅਬਿਲਾਖਾ, ਬੜੀ ਵੱਡੀ ਦੀਰਘ ਅਭਿਲਾਸ਼ਾ ਹਿਰਦੇ 'ਚ ਧਾਰਨ ਕਰਕੇ ਗਏ ਅਖਿਲ ਸੈਲਨ ਮਗਨਾਖਾ, ਇਹ ਸਾਰਾ ਪੈਂਡਾ ਤੈਅ ਕਰਕੇ ਆਏ ਹਨ। ਤੀਰਥ ਥਲ ਰਵਾਲ ਸਰ ਆਇਓ, ਇਹ ਰਵਾਲ ਸਰ ਜਿਹੜਾ ਤੀਰਥ ਹੈ ਉੱਥੇ ਆਏ। ਪ੍ਰਥਮ ਪ੍ਰਭੂ ਡੇਰਾ ਤੈ ਪਾਇਓ, ਸਤਿਗੁਰੂ ਜੀ ਇਹਨਾਂ ਸਾਰਿਆਂ ਤੋਂ ਪਹਿਲਾਂ ਰਵਾਲ ਸਰ ਸਾਹਿਬ ਪਹੁੰਚ ਗਏ ਰਾਜਿਆਂ ਦੇ ਆਉਣ ਤੋਂ। ਤਿੰਨ ਪਾਛੇ ਰਾਜੇ ਸਭ ਆਏ, ਬਾਅਦ ਵਿੱਚ ਸਹਿਜੇ ਸਹਿਜੇ ਰਾਜੇ ਵੀ ਉਤਰਦੇ ਗਏ। ਹੀਰ ਹੀਰ ਥਲ ਜਿਤ ਚਿਤ ਪਾਏ, ਸਰੋਵਰ ਦਾ ਜਿਹੜਾ ਕਿਨਾਰਾ ਦੂਰ ਦੂਰ ਤੱਕ ਜਿੱਥੇ ਜਿੱਥੇ ਕਿਸੇ ਨੂੰ ਥਾਂ ਚੰਗੀ ਲੱਗੀ ਉੱਥੇ ਰਾਜੇ ਉਤਰ ਗਏ। ਸਭ ਇਨ ਸੇਵਰ ਕਰਿਓ ਹਰ ਖਾਏ, ਸਾਰਿਆਂ ਨੇ ਆਪਣਾ ਡੇਰਾ ਕਰ ਲਿਆ ਬੜੀ ਖੁਸ਼ੀ ਦੇ ਨਾਲ। ਆਨ ਪਾਨ ਕਰ ਸੁਪਤ ਸੁਥਾਏ, ਖਾਨ ਪਾਨ ਕਰਕੇ ਸੌਂ ਗਏ, ਰਾਤ ਦਾ ਵੇਲਾ ਸੀ। ਅਗਲੀ ਪਈ ਜਬੇ ਪੁਨ ਸਾਰਾ, ਜਦੋਂ ਅਗਲਾ ਦਿਨ ਚੜਿਆ ਸੋਚ ਇਸ਼ਨਾਨ ਸਕਲ ਤਨ ਤਾਰਾ, ਸਾਰਿਆਂ ਨੇ ਸੋਚ ਇਸ਼ਨਾਨ ਕੀਤਾ ਹੈ। ਸ੍ਰੀ ਗੁਰ ਟਿਗ ਸਭ ਕੇ ਨਰ ਆਏ, ਸਤਿਗੁਰਾਂ ਦੇ ਕੋਲ ਸਾਰੇ ਰਾਜਿਆਂ ਦੇ ਅਹਿਲਕਾਰ ਪਹੁੰਚੇ। ਕਿਰਪਤ ਚਾਹਤ ਦਰਸ਼ਨ ਪਾਏ, ਬੇਨਤੀ ਕੀਤੀ ਮਹਾਰਾਜ ਰਾਜੇ ਸਾਰੇ ਤੁਹਾਡੇ ਦਰਸ਼ਨ ਕਰਨਾ ਚਾਹੁੰਦੇ ਹਨ। ਪੰਮਾ ਫਿਰੇ बीच इत उतमे ਵਿਚੋਲਾ ਬਣ ਕੇ ਪੰਮਾ ਫਿਰਦਾ ਵਿੱਚ, ਕਦੇ ਗੁਰੂ ਸਾਹਿਬ ਕੋਲ ਆਉਂਦਾ, ਕਦੇ ਰਾਜਿਆਂ ਕੋਲ ਜਾਂਦਾ। चाहे प्रभाव दिखावन चित में ਇਹ ਆਪਣਾ ਪ੍ਰਭਾਵ ਵਿਖਾਉਂਦਾ ਫਿਰਦਾ, ਆਪਣੇ ਨੰਬਰ ਬਣਾਉਂਦਾ ਫਿਰਦਾ, ਉਧਰ ਰਾਜਿਆਂ ਦੇ ਕੋਲ, ਇਧਰ ਸਤਿਗੁਰਾਂ ਦੇ ਕੋਲ। अब साहिब इम हुक्म बखाना ਕਲਗੀਧਰ ਜੀ ਨੇ ਹੁਕਮ ਕੀਤਾ ਸਿੰਘਾਂ ਨੂੰ, करो मखमली फर्श महाना ਸਿੰਘਾਂ ਨੂੰ ਆਖਿਆ ਖਾਲਸਾ ਜੀ ਮਖਮਲੀ ਦੀਵਾਨ ਸਜਾ ਦਿਓ, ਮਖਮਲੀ ਫਰਸ਼ ਗਲੀਚੇ ਵਿਛਾ ਦਿਓ। सभा श्रृंगार सुधारो सारो ਸਾਰੀ ਸਭਾ ਨੂੰ ਚੰਗੀ ਤਰ੍ਹਾਂ ਸੁਧਾਰੋ, ਸ਼ਿੰਗਾਰੋ, ਤਾਂ ਜੋ ਸਾਰੇ ਰਾਜੇ ਆ ਕੇ ਬੈਠ ਸਕਣ। हिरे आन जय मनुज हजारों ਕਿਉਂਕਿ ਸੈਂਕੜੇ ਰਾਜੇ ਆਉਣੇ, ਉਹਨਾਂ ਦੇ ਨਾਲ ਅਹਿਲਕਾਰ ਆਉਣੇ ਨੇ, ਖੁੱਲਾ ਪੰਡਾਲ ਲਾ ਲਵੋ। सुन दासन तत्काल सुधारो ਮਹਾਰਾਜ ਜੀ ਦੇ ਸੇਵਾਦਾਰਾਂ ਨੇ ਤਾਤਕਾਲ ਗੁਰੂ ਹੁਕਮ ਦੀ ਪਾਲਣਾ ਕਰਦਿਆਂ ਸੋਹਣੇ ਗਿਲਮ ਗਲੀਚੇ ਫਰਸ਼ ਵਿਛਾਉਣੇ ਸ਼ੁਰੂ ਕੀਤੇ। ਸੋਹਣੀਆਂ ਚਾਨਣੀਆਂ ਜਿਹੜੀਆਂ ਨੇ ਉਹ ਲਾਈਆਂ, ਕਨਾਤਾਂ ਤਾੜੀਆਂ। तन्यो बितान चोक नो चारो ਚਕੋਣਾ ਜਿਹੜਾ ਤਬਤਾਣਾ ਹੈ ਉਹ ਤਣਿਆ, मुक्ता चालर जरी परोए ਇਹਨਾਂ ਨੂੰ ਮੋਤੀ ਲੱਗੇ, ਝਾਲਰਾਂ ਤੇ ਜਰੀ ਲੱਗੀ ਹੋਈ ਹੈ। रेशम डोरे कसबो होए ਇਹ ਕਨਾਤਾਂ ਤੇ ਚਾਨਣੀਆਂ ਰੇਸ਼ਮ ਦੀਆਂ ਡੋਰਾਂ ਨਾਲ ਕੱਸੀਆਂ ਹਨ। रिंद दरब लागे बनवायो ਬਹੁਤ ਸਾਰਾ ਧਨ ਖਰਚ ਕੇ ਮਹਾਰਾਜ ਜੀ ਦੇ ਵਾਸਤੇ ਸੋਹਣੇ ਚੰਦੋਏ ਤੇ ਸੋਹਣੀਆਂ ਕਨਾਤਾਂ ਤਣੀਆਂ ਹੋਈਆਂ ਨੇ, ਬਣਾਈਆਂ ਹਨ। रव प्रकाश ते बहु चमकायो ਜਦੋਂ ਸੂਰਜ ਦੀ ਲੋ ਪੈਂਦੀ ਤੇ ਚਮਕ ਪੈਂਦੀ ਆ ਇਹਨਾਂ ਵਿੱਚੋਂ। फर्श विशाल दूर लग कीना ਦੂਰ ਤੱਕ ਲੰਮਾ ਫਰਸ਼ ਵਿਛਾ ਦਿੱਤਾ, ਗਲੀਚੇ ਵਿਛਾ ਦਿੱਤੇ ਨੇ ਬੈਠਣ ਲਈ। आए खालसा प्रथम असीना ਰਾਜਿਆਂ ਦੇ ਆਉਣ ਤੋਂ ਪਹਿਲਾਂ ਖਾਲਸਾ ਆ ਕੇ ਅੱਗੇ ਬੈਠਾ ਮਹਾਰਾਜ ਜੀ ਦੇ ਕੋਲ। ਤਿਆਰ ਬਰ ਤਿਆਰ ਸਿੰਘ, ਭਾਈ ਦਇਆ ਸਿੰਘ ਵਰਗੇ ਗੁਰਮੁਖ ਸਿੰਘ ਉਹ ਆ ਕੇ ਬੈਠੇ। सगरे सनद बद पट सारे ਮਹਾਰਾਜ ਜੀ ਦੇ ਤਿਆਰ ਬਰ ਤਿਆਰ ਸੂਰਮੇ ਸੱਜੇ ਖੱਬੇ ਹਨ, ਸਾਵਧਾਨੀ ਨਾਲ। ਰਾਜਿਆਂ ਦਾ ਕੀ ਵਿਸਾਹ ਕਰਨਾ ਪਾਪੀਆਂ ਦਾ, ਇਸ ਕਰਕੇ ਸਿੰਘ ਤਿਆਰ ਬਰ ਤਿਆਰ ਪੋਜੀਸ਼ਨ 'ਚ ਖੜੇ ਨੇ, ਬੰਦੂਕਾਂ 'ਚ ਦੋ ਦੋ ਗਾੜੇ ਪਾਏ ਹੋਏ ਨੇ ਗੋਲੀਆਂ ਦੇ, ਵੀ ਜਿਹੜਾ ਕੋਈ ਤਿੜਫਿੜ ਕਰਨ ਲੱਗੇਗਾ ਰਾਜਾ ਸਭਾ ਵਿੱਚ ਕੋਈ ਵਿਗਾੜ ਕੀਤਾ ਤੇ ਨਾਲ ਹੀ ਤੜਾਕ ਦੇ ਕੇ ਆਉਣੀ ਹੈ। ਕਿਸੇ ਦਾ ਲਿਹਾਜ਼ ਨਹੀਂ ਕੀਤਾ ਜਾਣਾ। ਇਸ ਕਰਕੇ ਗੁਰੂ ਸਾਹਿਬ ਜੀ ਦੀ ਰਖਵਾਲੀ ਲਈ, ਪਹਿਰੇ ਲਈ
ਰਖਵਾਲੇ ਤਾਂ ਸਤਿਗੁਰੂ ਹਨ। ਤੋ ਆਪਣੇ ਵੱਲੋਂ ਡਿਊਟੀ ਨਿਭਾਉਣ ਵਾਸਤੇ ਸਿੰਘ ਤਿਆਰ ਬਰ ਤਿਆਰ ਸਨਦਬੱਧ ਹੋ ਕੇ ਖਲੋ ਗਏ। ਸ਼ੋਭਤ ਜਿਮ ਕੇ ਹਰ ਬਲ ਭਾਰੇ, ਇਦਾਂ ਸ਼ੋਭਦੇ ਨੇ ਸਿੰਘ ਮਾਨੋ ਜਿਵੇਂ ਬੱਬਰ ਸ਼ੇਰ ਖਲੋਤੇ ਹੋਣ। ਸ਼੍ਰੀ ਕਲਗੀਧਰ ਬਸਤਰ ਸਜਾਏ, ਉਧਰ ਕਲਗੀਧਰ ਪਾਤਸ਼ਾਹ ਨੇ ਸੋਹਣੇ ਬਸਤਰ ਸਰੀਰ ਤੇ ਸਜਾਏ। ਜਾਮਾ ਬੋ ਸੂਖਮ ਛਬ ਪਾਏ, ਉਹ ਸੂਖਮ ਧਾਗੇ ਦਾ ਬਣਿਆ ਚੋਲਾ ਮਹਾਰਾਜ ਜੀ ਨੇ ਸਜਾਇਆ। ਮੁਸ਼ਟ ਹੇਮ ਕੀ ਜੜਤ ਸੋਹੀਰੇ, ਸੋਨੇ ਦੀ ਮੁੱਠ ਹੈ ਜਿਵੇਂ ਤਲਵਾਰ ਦਾ ਮੁੱਠਾ ਹੈ ਨਾ, ਉਹ ਸੋਨੇ ਦੀ ਉੱਤੇ ਕਹਿੰਦੇ ਜੜਤ ਜੜੀ ਵਿੱਚ ਹੀਰੇ ਲੱਗੇ ਹੋਏ ਨੇ। ਸੁੰਦਰ ਕੋਰ ਕਰੀ ਬਰ ਚੀਰੇ, ਉਹਦੇ ਵਿੱਚ ਜਿਹੜੇ ਕੋਰਦਾਰ ਚੀਰੇ ਚੀਰ ਕੇ ਹੀਰਿਆਂ ਦੀ ਘਾੜਤ ਘੜ ਕੇ ਲਾਏ ਹੋਏ ਨੇ। ਪਾਏ ਪੁਲਾਦੀ ਗਰ ਸ਼ਮਸ਼ੇਰ, ਤਲਵਾਰ ਦਾ ਜਿਹੜਾ ਅਗਲਾ ਫਲ ਹੈ ਉਹ ਫੁਲਾਦ ਦਾ ਬਣਿਆ ਜਿਹੜਾ ਮਹਾਰਾਜ ਜੀ ਨੇ ਆਪਣੇ ਗਾਤਰੇ ਪਾਈ ਹੈ। ਸਾਯੁਧ ਪਾਏ ਦੀਪੇ ਸਮਸ਼ੇਰ, ਸ਼ਸਤਰ ਧਾਰੀ ਹੋ ਕੇ ਗੁਰਦੇਵ ਸ਼ੇਰ ਸਮਾਨ ਬਲੀ ਪ੍ਰਤੀਤ ਹੁੰਦੇ ਨੇ। ਸਿਰ ਸੁੰਦਰ ਦਸਤਾਰ ਸਜਾਈ, ਸੀਸ ਉੱਤੇ ਸੋਹਣਾ ਜਿਹਾ ਦੁਮਾਲਾ ਮਹਾਰਾਜ ਜੀ ਨੇ ਝੁਲਾਇਆ, ਸੋਹਣੀ ਦਸਤਾਰ ਸਜਾਈ ਹੈ। ਦਮਕਤ ਰਤਨ ਜਿਗਾ ਛਬ ਪਾਈ, ਉਹਦੇ ਚ ਕੀਮਤੀ ਜਗ੍ਹਾ ਲੱਗੀ ਹੋਈ ਜਿਹੜੀ ਛਵੀ ਪਾ ਰਹੀ ਹੈ। ਝੂਲਤ ਕਲਗੀ ਮੋਦ ਬਢਾਵਤ, ਵਿੱਚ ਬੜੀ ਸੁੰਦਰ ਕਲਗੀ ਉੱਚੀ ਹੋ ਕੇ ਸ਼ੋਭਨੀਕ ਹੋ ਰਹੀ ਹੈ। ਮੁਕਤਾ ਸਵਚਨ ਗੁਚ ਸੋਹਾਵਤ, ਨਾਲ ਮੋਤੀਆਂ ਦੇ ਗੁੱਛੇ ਜਿਹੜੇ ਨੇ ਨਾ ਉਹ ਲਟਕਦੇ ਹਨ। ਜਿਹੜੀ ਕਲਗੀ ਆ ਨਾ, ਕਲਗੀ ਦੇ ਨਾਲ ਕਹਿੰਦੇ ਮੋਤੀਆਂ ਦੇ ਗੁੱਛੇ ਲਟਕਦੇ ਹਨ। ਤਰਗਸ ਜਟਤ ਗਰੇ ਗੈ ਪਾਇਓ, ਫਿਰ ਗੁਰਦੇਵ ਦੇ ਮੋਢੇ ਦੇ ਉੱਤੇ ਤੀਰਾਂ ਦਾ ਪੱਥਾ ਬੜਾ ਸੁੰਦਰ ਹਾਥੀ ਦੇ ਦੰਦ ਦਾ ਬਣਿਆ ਹੋਇਆ। ਉਹ ਹਾਥੀ ਦੇ ਦੰਦ ਦੇ ਬਣੇ ਪੱਥੇ ਦੇ ਉੱਤੇ ਵੀ ਬੜੇ ਕੀਮਤੀ ਹੀਰੇ ਤੇ ਮੋਤੀ ਜੜੇ ਹੋਏ ਨੇ। ਹਰ ਤੀਰਨ ਸੋ ਭਰਿਓ ਸੁਹਾਇਓ, ਚਾਰ ਚਾਰ ਚੌੜੇ ਖੱਪਰੇ ਤੀਰ ਜਿਹੜੇ ਨੇ ਮਹਾਰਾਜ ਜੀ ਦੇ, ਚਾਰ ਚਾਰ ਉਂਗਲ ਚੌੜੇ ਉਹ ਖੱਪਰੇ ਤੀਰ ਮਹਾਰਾਜ ਜੀ ਨੇ ਉਸ ਪੱਥੇ 'ਚ ਭਰੇ ਹਨ। ਚਾਪ ਕਟੋਰ ਹਾਥ ਮੈਂ ਲੀਨ, ਬੜਾ ਕਠੋਰ ਤਨਖ ਕਲਗੀਧਰ ਸੁਆਮੀ ਜੀ ਦੇ ਪਵਿੱਤਰ ਪਾਵਨ ਦਸਤ ਕਮਲਾਂ ਵਿੱਚ ਹੱਥਾਂ ਵਿੱਚ ਹੈ। ਗੋਸ਼ੇ ਜੁਗ ਕੰਚਨ ਕੇ ਕੀਨ, ਕਮਾਨ ਦੇ ਜਿਹੜੇ ਦੋ ਸਿਰੇ ਹੁੰਦੇ ਨੇ ਨਾ, ਜਿੱਥੇ ਤੰਦੀ ਬੰਨੀ ਹੁੰਦੀ ਆ ਉਹਨੂੰ ਗੋਸ਼ੇ ਕਹਿੰਦੇ ਹਨ। ਉਹ ਸੋਨੇ ਦੇ ਨਾਲ ਮੜੇ ਹੋਏ ਨੇ। ਦੋਵੇਂ ਗੋਸ਼ੇ ਜਿਹੜੇ ਕਮਾਨ ਦੇ ਨੇ ਮਹਾਰਾਜ ਜੀ ਦੇ, ਉਹ ਸੋਨੇ ਨਾਲ ਮੜੇ ਹੋਏ ਹਨ। ਦਸਿਓ ਪ੍ਰਿਅੰਕ ਫਰਸ਼ ਪਰ ਚਾਰੂ, ਔਰ ਬੜਾ ਸੋਹਣਾ ਪਲੰਘਾ ਮਹਾਰਾਜ ਜੀ ਦਾ ਸੁੰਦਰ ਡਸਿਆ ਹੋਇਆ ਹੈ। ਸੇਜ ਬੰਦ ਗੁੰਫੇ ਦਿਸ਼ ਚਾਰੂ, ਤੇ ਸੇਜਾ ਬੰਦ ਲਾਇਆ ਹੋਇਆ ਤੇ ਗੁੰਫੇ ਜਿਹੜੇ ਗੁੱਛੇ ਨੇ ਉਹ ਲਟਕਦੇ ਹਨ। ਬਿਸਦ ਵਿਛੋਨਾ ਸੁੰਦਰ ਸੋਹਤ, ਚਿੱਟੇ ਰੰਗ ਦਾ ਵਿਛੋਣਾ ਉੱਤੇ ਵਿਛਾਇਆ ਬੜਾ ਸ਼ੋਭਨੀਕ ਹੋ ਰਿਹਾ ਹੈ। ਮ੍ਰਿਦੁਲ ਅਧਿਕ ਮਨ ਹਰਤਾ ਜੋਹਤ, ਮਨ ਕਹਿੰਦੇ ਮੋਹ ਲੈਂਦਾ ਹੈ, ਐਸਾ ਸੁੰਦਰ ਵਿਛੋਣਾ ਹੈ। ਤਿਸ ਪਰ ਤੇਰੇ ਆਨ ਗੁਣ ਖਾਨੀ, ਗੁਣਾਂ ਦੇ ਖਾਨ ਸੁਆਮੀ ਗੁਰੂ ਕਲਗੀਧਰ ਉਸ ਪਲੰਘੇ ਤੇ ਆਣ ਕੇ ਬੈਠੇ ਹਨ। ਫਿਰ ਉਠੇ ਸਭ ਹਿਤ ਸਨਮਾਨੀ, ਜਦੋਂ ਸਤਿਗੁਰੂ ਜੀ ਆਏ ਨੇ ਨਾ ਸਭਾ ਵਿੱਚ, ਸਾਰੇ ਸਿੰਘ ਜਿਹੜੇ ਪਹਿਲਾਂ ਹੀ ਬੈਠੇ ਸੀ, ਸਤਿਗੁਰਾਂ ਦੀ ਆਮਦ ਵੇਖ ਕੇ ਸਾਰੇ ਉੱਠ ਕੇ ਖਲੋਤੇ ਤੇ ਸਭ ਨੇ ਸਨਮਾਨ ਕੀਤਾ। ਆਉਂਦਿਆਂ ਨੂੰ ਸਤਿਗੁਰਾਂ ਨੂੰ ਸਭ ਨੇ ਗੱਜ ਕੇ ਫਤਿਹ ਬੁਲਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਮਰ ਚਾਰੂ ਤੁਰ ਤੋ ਚੋਂ ਫੇਰੇ, ਸਾਹਿਬ ਪਲੰਘੇ ਤੇ ਸਜ ਗਏ। ਸੀਸ ਉੱਤੇ ਚਵਰ ਬਰਦਾਰ ਬੜੇ ਸੋਹਣੇ ਚਿੱਟੇ ਰੰਗ ਦਾ ਚਵਰ ਝੁਲਾਉਂਦਾ। ਮਨੋ ਹੰਸ ਚੁੱਕ ਮੁਕਤਾ ਹੀਰੇ, ਕਹਿੰਦੇ ਮਾਨੋ ਜਿਵੇਂ ਹੰਸ ਨਹੀਂ ਆਉਂਦਾ ਥੱਲੇ ਦਾ ਚੁੰਝ ਜੀ ਪਸਾਰ ਕੇ। ਤੇ ਕਿਵੇਂ ਪਸਾਰ ਕੇ, ਚੁੰਝ ਕਿਉਂ ਆਉਂਦਾ ਹੰਸ? ਕਿ ਕਲਗੀ ਵਿੱਚ ਜਿਹੜੇ ਮੋਤੀ ਲੱਗੇ ਨੇ ਮੈਂ ਖਾ ਲਵਾਂ। ਹੰਸਾਂ ਦਾ ਖਾਣਾ ਮੋਤੀ ਹੁੰਦਾ ਨਾ। ਉਹ ਕਹਿੰਦੇ ਚੌਰ ਸਾਹਿਬ ਏਦਾਂ ਜਾ ਵੇਖੋ ਕੈਸਾ ਸੁੰਦਰ ਅਲੰਕਾਰ ਬਣ ਰਹੇ ਭਾਈ ਸਾਹਿਬ। ਕਹਿੰਦੇ ਉਹ ਚਵਰ ਏਦਾਂ ਪ੍ਰਤੀਤ ਹੁੰਦਾ ਵੀ ਹੰਸ ਆਉਂਦਾ ਉੱਡ ਕੇ ਮਹਾਰਾਜ ਜੀ ਦੇ ਸੀਸ ਉੱਤੇ, ਵੀ ਉਹ ਜਿਹੜੇ ਕਲਗੀ 'ਚ ਮੋਤੀ ਲੱਗੇ ਨੇ ਮੈਂ ਖਾ ਲਵਾਂ। ਡਰਤ ਨਾ ਗਏ ਫੇਰ ਉੱਡ ਜਾਈ, ਤੇ ਉਹ ਡਰਦਾ ਖਾਂਦਾ ਨਹੀਂ ਹੈ, ਆਉਂਦਾ ਹੈ ਖਾਣ ਪਰ ਫਿਰ ਉੱਡ ਜਾਂਦਾ ਪਿੱਛੇ। ਚੌਰ ਸਾਹਿਬ ਏਦਾਂ ਹੀ ਆਉਂਦਾ ਨਾ ਸੀਸ ਤੇ ਆ ਕੇ, ਫਿਰ ਏਦਾਂ ਕਹਿੰਦੇ ਨੇੜੇ ਆਉਂਦਾ ਸੀਸ ਦੇ। ਕਹਿੰਦੇ ਹੰਸ ਮਾਨੋ ਉੱਡ ਕੇ ਆਉਂਦਾ, ਉਹ ਮੋਤੀ ਖਾਣ ਲਈ ਆਉਂਦਾ ਜਿਹੜੇ ਕਲਗੀ ਵਿੱਚ ਲੱਗੇ ਹੋਏ ਨੇ, ਪਰ ਡਰਦਾ ਸਤਿਗੁਰਾਂ ਤੋਂ ਫਿਰ ਪਿੱਛੇ ਨੂੰ ਉੱਡ ਕੇ ਚਲਿਆ ਜਾਂਦਾ, ਫਿਰ ਆਉਂਦਾ ਫਿਰ। ਯਾਨੀ ਕਿ ਚੌਰ ਸਾਹਿਬ ਏਦਾਂ ਝੁਲਦਾ ਜਿਵੇਂ ਹੰਸ ਸੀਸ ਦੇ ਉੱਤੇ ਹੋਵੇ। ਬਾਰ ਬਾਰ ਤਿੰਨ ਪਿਖੇ ਪਰਮਾਈ, ਕਹਿੰਦੇ ਬਾਰ-ਬਾਰ ਆਉਂਦਾ ਭਰਮ ਭਰਮ ਕੇ, ਮਨ ਕਰਦਾ ਉਹਦਾ ਮੈਂ ਖਾ ਲਵਾਂ ਮੋਤੀ, ਪਰ ਡਰਦਾ ਨਹੀਂ ਆਉਂਦਾ ਨੇੜੇ। ਇਸ ਪ੍ਰਕਾਰ ਸਭ ਸਭਾ ਲਗਾਏ, ਏਦਾਂ ਸਤਿਗੁਰੂ ਜੀ ਦੀ ਸਾਰੀ ਸਭਾ ਲੱਗ ਗਈ। ਜਨ ਸੁਰ ਗਨ ਮੈਂ ਥਿਰ ਸੁਰ ਰਾਏ, ਏਦਾਂ ਬੈਠੇ ਮਹਾਰਾਜ ਜਿਵੇਂ ਦੇਵਤਿਆਂ 'ਚ ਕੋਟਾਨ ਇੰਦਰ
ਇੰਦਰਾਣ ਇੰਦਰ ਹੋ ਕੇ ਸਜ ਰਹੇ ਨੇ। ਇਦੋਂ ਕੁਬੇਰ ਮਾਂ ਛਬ ਪਾਵੇ, ਜਾਂ ਇਸ ਤਰ੍ਹਾਂ ਕਹਿ ਲਈਏ ਕੁਬੇਰਾਂ ਦੇ ਕਰੋੜਾਂ ਕੁਬੇਰਾਂ ਦੇ ਮਾਲਕ ਬੈਠੇ ਹਨ, ਛਵੀ ਪਾ ਰਹੇ ਨੇ। ਰਾਮਚੰਦ ਕੈ ਸਭਾ ਸੁਹਾਵੇ, ਔਰ ਅਕਾਲ ਪੁਰਖ ਦਾ ਸਵਰੂਪ ਹੋ ਕੇ ਸ਼ੋਭਨੀਕ ਹੋ ਰਹੇ ਨੇ। ਜਿਮ ਜਾਦਵ ਮੈਂ ਗੋਬਿੰਦ ਚੰਦ, ਜਿਵੇਂ ਯਾਦਵਾਂ 'ਚ ਕ੍ਰਿਸ਼ਨ ਜੀ ਬਹਿੰਦੇ ਏਦਾਂ ਸਿੰਘਾਂ 'ਚ ਕਲਗੀਧਰ ਬੈਠੇ ਹਨ। ਤਿਮ ਸਿੰਘਨ ਮੈਂ ਗੋਬਿੰਦ ਸਿੰਘ, ਸਿੰਘਾਂ ਵਿੱਚ ਏਦਾਂ ਬੈਠੇ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਕੰਚਨ ਲਸ਼ਟ ਧਰੇ ਥਿਰ ਆਗੇ, ਸੋਨੇ ਦੀਆਂ ਦੋ ਚੋਭਾਂ ਲੈ ਕੇ ਦੋ ਚੋਬਦਾਰ ਸੱਜੇ ਖੱਬੇ ਖਲੋਤੇ ਨੇ ਪਹਿਰੇ ਤੇ। ਸਭ ਗੁਰ ਰੂਪ ਪਿਖੇ ਅਨੁਰਾਗੇ, ਸਾਰੇ ਸਤਿਗੁਰਾਂ ਦਾ ਸਰੂਪ ਵੇਖ ਰਹੇ ਨੇ ਤੇ ਮੁਖੋਂ ਕਹਿ ਰਹੇ ਨੇ, ਗੁਰੂ ਮੁਖ ਦੇਖ ਗੁਰੂ ਸੁਖ ਪਾਇਓ। ਗੁਰੂ ਮੁਖ ਦੇਖ ਗੁਰੂ ਸੁਖ ਪਾਇਓ। ਸਤਿਗੁਰਾਂ ਦੇ ਮੁਖ ਦੇ ਦਰਸ਼ਨ ਕਰਕੇ ਗੁਰੂ ਸੁਖ ਪਾਇਓ, ਵੱਡਾ ਸੁਖ ਪ੍ਰਾਪਤ ਹੁੰਦਾ। ਦਰਸ਼ਨ ਦੇਖ ਜੀਵਾ ਗੁਰ ਤੇਰਾ, ਦਰਸ਼ਨ ਦੇਖ ਜੀਵਾ ਗੁਰ ਤੇਰਾ। ਦਰਸ਼ਨ ਦੇਖ ਜੀਵਾ ਗੁਰ ਤੇਰਾ, ਦਰਸ਼ਨ ਦੇਖ ਜੀਵਾ ਗੁਰ ਤੇਰਾ। ਦਰਸ਼ਨ ਦੇਖ ਜੀਵਾ ਗੁਰ ਤੇਰਾ, ਦਰਸ਼ਨ ਦੇਖ ਜੀਵਾ ਗੁਰ ਤੇਰਾ। ਦੇਖ ਜੀਵਾ ਗੁਰ ਤੇਰਾ, ਦਰਸ਼ਨ ਦੇਖ ਜੀਵਾ ਗੁਰ ਤੇਰਾ। ਪੂਰਨ ਕਰਮ ਹੋਏ ਪ੍ਰਭ ਮੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਕਰਮ ਹੋਏ ਪ੍ਰਭ ਮੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਪੂਰਨ ਕਰਮ ਹੋਏ ਪ੍ਰਭ ਮੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਕਰਮ ਹੋਏ ਪ੍ਰਭ ਮੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਹੈ ਅਚੁੱਤ ਹੈ ਪਾਰ ਬ੍ਰਹਮ, ਅਬਨਾਸੀ ਅਗਨਾਸ, ਹੈ ਪੂਰਨ ਹੈ ਸਰਬ ਮੈਂ। ਦੁਖ ਭੰਜਨ ਗੁਣ ਤਾਸ, ਹੈ ਸੰਗੀ ਹੈ ਨਿਰੰਕਾਰ। ਏ ਨਿਰਗੁਣ ਸਭ ਟੇਕ, ਹੈ ਗੋਬਿੰਦ ਹੈ ਗੁਣ ਨਿਧਾਨ। ਜਾਗੇ ਸਦਾ ਬਬੇਕ, ਹੈ ਅਪਰੰਪਰ ਹਰ ਹਰੇ। ਹੈ ਪੀਓ ਵਣਿਆਰ, ਹੈ ਸੰਤਹ ਕੈ ਸਦਾ ਸੰਗ। ਨੀਦਾਰਾ ਆਧਾਰ, ਹੈ ਠਾਕੁਰ ਹੋ ਦਾਸਰੋ। ਹੈ ਨਿਰਗੁਣ ਗੁਣ ਨਹੀਂ ਕੋਏ। ਨਾਨਕ ਦੀਜੈ ਨਾਮ ਦਾਨ। ਰਾਖੋਈ ਐ ਪਰੋਏ। ਆਏ ਪ੍ਰਭ ਸ਼ਰਣਾਗਤੀ। ਕਿਰਪਾ ਨਿਧ ਦਿਆਲ, ਏਕ ਅਖਰ ਹਰ ਮਨ ਬਸਤ। ਨਾਨਕ ਹੋਤ ਨਿਆਲ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤੇਰੇ ਪਾਰ। ਜੋ ਸ਼ਰਦਾ ਕਰ ਸੇਵੰਦੇ। ਗੁਰ ਪਾਰ ਉਤਾਰ ਨਿਆਰ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤੇਰੇ ਪਾਰ। ਜੋ ਸ਼ਰਦਾ ਕਰ ਸੇਵੰਦੇ। ਗੁਰ ਪਾਰ ਉਤਾਰ ਨਿਆਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।